ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਤੇ ਜਿਸ ਦੇ ਵਿੱਚ ਅਸੀਂ ਪੰਜਾਬ ਅਤੇ ਦੇਸ਼ ਨਾਲ ਜੁੜੀਆਂ ਖਾਸ ਖਬਰਾਂ ਦੇ ਉੱਪਰ ਚਰਚਾ ਕਰਦੇ ਹਾਂ ਤੇ ਹਰ ਵਾਰ ਚਰਚਾ ਦੀ ਤਰ੍ਹਾਂ ਚਰਚਾ ਕਰਨ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਨਾਲ ਵਿੱਚ ਮੌਜੂਦ ਨੇ ਜੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਜੀ। ਡੱਲਾ ਜੀ, ਬਹੁਤ ਵੱਡੀ ਖਬਰ ਅਸੀਂ ਕਹਿ ਸਕਦੇ ਹਾਂ ਕਿ 34 ਸਾਲ ਪੁਰਾਣੇ ਕੇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਜੋ ਹੈ ਸਜ਼ਾ ਮਿਲਦੀ ਹੈ ਤੇ ਉਸ ਸਭ ਮਾਮਲੇ ਤੋਂ ਬਾਅਦ ਸਵਾਲ ਕਈ ਖੜੇ ਹੋ ਜਾਂਦੇ ਨੇ, ਸਾਡੇ ਮੀਡੀਆ ਦੇ ਉੱਪਰ ਸਵਾਲ ਖੜੇ ਹੋ ਜਾਂਦੇ ਨੇ, ਸਵਾਲ ਕਾਂਗਰਸ ਪਾਰਟੀ ਦੇ ਉੱਪਰ ਖੜੇ ਹੋ ਜਾਂਦੇ ਨੇ, ਸਵਾਲ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਖੜੇ ਹੋ ਜਾਂਦੇ ਨੇ। ਸੋ ਸਭ ਤੋਂ ਪਹਿਲਾਂ ਮੈਂ ਇਸੇ ਤੋਂ ਗੱਲ ਕਰਨਾ ਚਾਹੂੰਗੀ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸਨ ਨਵਜੋਤ ਸਿੰਘ ਸਿੱਧੂ, ਇੱਕ ਅਹਿਮ ਰੋਲ ਉਹਨਾਂ ਦਾ ਕਾਂਗਰਸ ਵਿੱਚ ਹਮੇਸ਼ਾ ਰਿਹਾ ਹੈ। ਸੋ ਬਹੁਤ ਹੀ ਤਹਿ ਦਿਲ ਦੇ ਨਾਲੋਂ ਪੰਜਾਬ ਦੇ ਮੁੱਦਿਆਂ ਦੇ ਉੱਪਰ ਨਵਜੋਤ ਸਿੰਘ ਸਿੱਧੂ ਲੜਦੇ ਰਹੇ ਹਮੇਸ਼ਾ, ਪਰ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਕਾਂਗਰਸ ਪਾਰਟੀ ਨਾਲ ਖੜੀ, ਉਹਨਾਂ ਦੇ ਆਗੂ ਕੋਈ ਨਾਲ ਖੜੇ ਨਜ਼ਰ ਨਹੀਂ ਆਏ, ਬਲਕਿ ਤਲਕ ਬਿਆਨਬਾਜ਼ੀਆਂ ਜੋ ਹੈ ਨਜ਼ਰ ਆਉਂਦੀਆਂ ਨੇ। ਸੁਖਜਿੰਦਰ ਰੰਧਾਵਾ, ਰਾਣਾ ਗੁਰਜੀਤ, ਇਹਨਾਂ ਸਭ ਦੀ ਤਲਕ ਬਿਆਨਬਾਜ਼ੀ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਇਸ ਪੂਰੇ ਮਾਮਲੇ ਦੇ ਵਿੱਚ? ਦੇਖੋ, ਮੈਂ ਸਭ ਤੋਂ ਪਹਿਲਾਂ ਇਹ ਸਬਮਿਟ ਕਰਨਾ ਚਾਹੂੰਗਾ ਹਰਜੋਤ ਜੀ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕੱਲ ਪਹਿਲੀ ਰਾਤ ਹੈ ਜਿਹੜੀ ਉਹ ਪਟਿਆਲਾ ਦੀ ਜੇਲ੍ਹ ਦੇ ਵਿੱਚ ਗੁਜ਼ਾਰੀ ਹੈ ਔਰ ਸਧਾਰਨ ਕੈਦੀ ਦੀ ਤਰ੍ਹਾਂ ਉਹਨਾਂ ਦੀ ਰਾਤ ਵੀ ਜੇਲ੍ਹ ਦੇ ਵਿੱਚ ਗੁਜ਼ਰੀ ਔਰ ਉਹਨਾਂ ਨੂੰ ਕੈਦੀ ਨੰਬਰ ਵੀ ਦੇ ਦਿੱਤਾ ਗਿਆ ਹੈ ਔਰ ਉਹਨਾਂ ਦਾ ਇੱਕ ਮਨਪਸੰਦ ਨੰਬਰ ਹੈ 13 ਜੀ। ਸੋ ਕਿਸਮਤ ਨਾਲ ਉਹ ਵੀ ਨੰਬਰ ਉਹਨਾਂ ਨੂੰ ਜਿਹੜੀ ਸੀਰੀਜ਼ ਸੀ ਕੈਦੀ ਨੰਬਰ ਦੀ ਉਹਦੇ ਵਿੱਚ ਨਸੀਬ ਹੋਇਆ ਹੈ। ਸੋ ਜਿਹੜੀ ਜਾਣਕਾਰੀ ਹੈ 241383। ਸੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੈਦੀ ਨੰਬਰ ਹੈ 241383 ਹੈ ਔਰ 13 ਸ਼ਬਦ ਵੀ ਇਹਦੇ ਵਿੱਚ ਹੈ ਔਰ ਇਹਨਾਂ ਨੂੰ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ 13 ਸ਼ਬਦ ਨਾਲ ਵੀ ਬਹੁਤ ਲਗਾਵ ਹੈ। ਸੋ ਇਹ ਉਹਨਾਂ ਦਾ ਨਵਾਂ ਜੇਲ੍ਹ ਦੇ ਵਿੱਚ ਉਹਨਾਂ ਦਾ ਪਤਾ ਹੈ, ਅਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ। ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ। ਜਦੋਂ ਉਹਨਾਂ ਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਸੀ, ਪਹਿਲਾਂ ਜਦੋਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਸੀ 3 ਸਾਲ ਦੀ, ਤੇ ਨਵਜੋਤ ਸਿੰਘ ਸਿੱਧੂ ਉਦੋਂ ਇੱਕ ਰਾਤ ਪਟਿਆਲਾ ਜੇਲ੍ਹ ਦੇ ਵਿੱਚ ਰਹੇ ਸੀ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਜ਼ਾ ਹੈ ਉਹਦੇ ਉੱਪਰ ਜਿਹੜਾ ਹੈਗਾ, ਕਿਉਂਕਿ ਉਹ ਹਾਈ ਕੋਰਟ 'ਚ ਚਲਿਆ ਗਿਆ ਸੀ ਕੇਸ, ਉਹਨਾਂ ਦੀ ਪਟੀਸ਼ਨ, ਸੋ ਸਟੇ ਆਇਆ ਸੀ ਉਹਦੇ ਤੇ ਔਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਦੁਬਾਰਾ ਲੰਮੇ ਸਮੇਂ ਬਾਅਦ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ। ਜਿਵੇਂ ਮਾਮਲਾ 34 ਸਾਲ ਪੁਰਾਣਾ ਸੀ ਔਰ ਇਹਦੇ ਵਿੱਚ ਉਹਨਾਂ ਨੂੰ ਜਿਹੜਾ ਰੋਡ ਰੇਜ ਵਾਲਾ ਐਲੀਗੇਸ਼ਨ ਸੀ, ਇਲਜ਼ਾਮ ਸੀ, ਉਹਦੇ ਵਿੱਚ ਬਰੀ ਕਰ ਦਿੱਤਾ ਗਿਆ ਸੀ ਮਾਨਯੋਗ ਸੁਪਰੀਮ ਕੋਰਟ ਵੱਲੋਂ। ਪਰ ਜਿਹੜੀ ਇੱਕ ਧਾਰਾ 323 ਨਾਲ ਚੱਲ ਰਹੀ ਸੀ ਉਹਦੇ ਤਹਿਤ ਉਹਨਾਂ ਨੂੰ ਜਿਹੜੀ ਹੈ ਉਹ 1000 ਰੁਪਇਆ ਜੁਰਮਾਨਾ ਪਹਿਲਾਂ ਸਜ਼ਾ ਸੁਣਾਈ ਗਈ ਸੀ ਔਰ ਹੁਣ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਦੁਬਾਰਾ ਇੰਨੇ ਸਾਲਾਂ ਬਾਅਦ ਜਿਹੜੀ ਇੱਕ ਪੁਨਰ ਵਿਚਾਰ ਯਾਚਕਾ ਅਸੀਂ ਕਹਿੰਦੇ ਆ, ਉਹਦੇ ਆਧਾਰ ਦੇ ਉੱਤੇ 1 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਤੋਂ ਬਾਅਦ ਕੱਲ ਉਹਨਾਂ ਨੇ ਸਰੈਂਡਰ ਕਰ ਦਿੱਤਾ ਸੀ। ਕੱਲ 6 ਵਜੇ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਦੇ ਵਿੱਚ ਚਲੇ ਗਏ ਸੀ ਔਰ ਜਦੋਂ ਕਿ ਅਸੀਂ ਕਹਿ ਸਕਦੇ ਹਾਂ ਕਿ 19 ਤਰੀਕ ਨੂੰ ਸਜ਼ਾ ਸੁਣਾਈ ਗਈ ਸੀ ਔਰ 19 ਤਰੀਕ ਨੂੰ ਹੀ ਨਵਜੋਤ ਸਿੰਘ ਸਿੱਧੂ ਚਾਹੁੰਦੇ ਸੀ ਕਿ ਮੈਂ ਸਰੈਂਡਰ ਕਰਾਂ, ਪਰ ਕੁਝ ਜ਼ਰੂਰੀ ਕੰਮਕਾਜ ਸੀ। ਅਗਲੇ ਸਵਾਲਾਂ ਦੇ ਵਿੱਚ ਮੈਂ ਤੁਹਾਨੂੰ ਉਹਦਾ ਵੀ ਵੇਰਵਾ ਜ਼ਰੂਰ ਪੇਸ਼ ਕਰਾਂਗਾ। ਪਰ ਜਿਹੜੀ ਤੁਸੀਂ ਕਾਂਗਰਸ ਦੇ ਲੀਡਰਾਂ ਦੀ ਗੱਲ ਕੀਤੀ ਹੈ, ਦੇਖੋ ਬਿਲਕੁਲ ਮੈਂ ਟੈਲੀਵਿਜ਼ਨਾਂ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਿਤੇ ਨਾ ਕਿਤੇ ਮੈਨੂੰ ਵੀ ਇਹ ਜਾਣਕਾਰੀ ਮਿਲੀ। ਮੈਂ ਇਨ ਬਿਨ ਬਿਆਨ ਤਾਂ ਨਹੀਂ ਸੁਣੇ। ਕਹਿੰਦੇ ਸੁਖਜਿੰਦਰ ਰੰਧਾਵਾ ਜੀ ਜਿਹੜੇ ਸਾਬਕਾ ਗ੍ਰਹਿ ਮੰਤਰੀ ਸੀ, ਡਿਪਟੀ ਮੁੱਖ ਮੰਤਰੀ ਪੰਜਾਬ ਦੇ, ਔਰ ਰਾਣਾ ਗੁਰਜੀਤ ਸਿੰਘ ਜੀ ਉਹ ਵੀ ਸਾਬਕਾ ਮੰਤਰੀ ਵੀ ਰਹੇ ਨੇ, ਉਹਨਾਂ ਵੱਲੋਂ ਕੁਝ ਜਿਹੜੀਆਂ ਟਿੱਪਣੀਆਂ ਨੇ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਇਸ ਸਜ਼ਾ ਦੇ ਐਲਾਨ ਤੋਂ ਬਾਅਦ ਉਹਨਾਂ ਬਾਰੇ ਕੀਤੀਆਂ ਗਈਆਂ ਨੇ। ਮੈਨੂੰ ਲੱਗਦਾ ਸਿਆਸਤ ਹੈ, ਸਿਆਸਤ ਦੇ ਵਿੱਚ ਕਈ ਵਾਰੀ ਮਤਭੇਦ ਹੋ ਜਾਂਦੇ ਨੇ। ਮਤਭੇਦਾਂ ਦੀ ਸੂਰਤ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਦਾ ਇੱਕ ਵੱਖਰਾ ਸਟੈਂਡ ਬਣ ਜਾਂਦਾ ਹੈ। ਉਂਝ ਮੈਨੂੰ ਨਹੀਂ ਲੱਗਦਾ ਕਿ ਰਾਣਾ ਗੁਰਜੀਤ ਉਹਨਾਂ ਦਾ ਜਾਂ ਸੁਖਜਿੰਦਰ ਰੰਧਾਵਾ ਦਾ ਕੋਈ ਨਿੱਜੀ ਕੋਈ ਦੁਸ਼ਮਣੀ ਹੋਵੇ, ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ। ਇਹ ਇੱਕ ਪੋਲੀਟੀਕਲ ਮਤਭੇਦਾਂ ਦੀ ਗੱਲ ਹੈ ਜਿਹੜੇ ਇਹ ਬਿਆਨ ਆਉਂਦੇ ਨੇ। ਸੋ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਇਤਰਾਜ਼ ਇੰਨਾ ਜ਼ਿਆਦਾ ਨਹੀਂ ਹੋਣਾ ਚਾਹੀਦਾ, ਮੈਨੂੰ ਇਹ ਲੱਗਦਾ। ਔਰ ਨਵਜੋਤ ਸਿੰਘ ਸਿੱਧੂ ਵੀ ਜਦੋਂ ਉਹ ਸਰੈਂਡਰ ਕਰਨ ਤੋਂ ਪਹਿਲਾਂ ਘਰੋਂ ਨਿਕਲ ਰਹੇ ਸੀ ਤਾਂ ਉਹ, ਕਿਉਂਕਿ ਬਹੁਤ ਆਸਥਾਵਾਨ ਨੇ, ਰੱਬ 'ਚ ਬਹੁਤ ਭਰੋਸਾ ਹੈ ਉਹਨਾਂ ਨੂੰ, ਤੇ ਉਹ
ਅਰਦਾਸ ਉਹਨਾਂ ਨੇ ਕੀਤੀ ਇੱਕ, ਔਰ ਉਹਨਾਂ ਨੇ ਸਾਰਿਆਂ ਦੀ, ਜਿਹੜੇ ਵੀ ਉਹਨਾਂ ਦੇ ਸਾਥੀ ਲੀਡਰ ਨੇ, ਵਿਰੋਧੀ ਲੀਡਰ ਨੇ, ਉਹ ਇੱਕ ਅਰਦਾਸ ਕਰਕੇ ਗਏ ਕਿ ਸਾਰੇ ਚੜ੍ਹਦੀ ਕਲਾ 'ਚ ਰਹਿਣ ਔਰ ਸਾਰਿਆਂ ਦੇ ਪਰਿਵਾਰਾਂ 'ਚ ਸੁੱਖ ਰਵੇ, ਔਰ ਪੰਜਾਬ ਹੈ ਜਿਹੜਾ ਉਹ ਖੁਸ਼ਹਾਲ ਤੇ ਤਰੱਕੀ ਕਰੇ, ਔਰ ਸੂਬਾ ਸਾਡਾ ਤਰੱਕੀ ਕਰੇ। ਉਹਦੇ ਪਿੱਛੇ ਮੈਨੂੰ ਇੱਕ ਭਾਵਨਾ ਨਜ਼ਰ ਆਈ, ਕਿਉਂਕਿ ਜਦੋਂ ਜਿਹੜੇ ਖਿਡਾਰੀ ਹੁੰਦੇ ਨੇ ਨਾ ਹਰਜੋਤ ਜੀ, ਜਿਹੜੇ ਸਪੋਰਟਸਮੈਨ ਹੁੰਦੇ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਣ ਦੀ, ਮਹਿਸੂਸ ਕਰਨ ਦੀ ਇੱਕ ਵੱਖਰੀ ਭਾਵਨਾ ਹੁੰਦੀ ਹੈ। ਹੁਣ ਜਿਹੜੇ ਖਿਡਾਰੀ ਨੇ, ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੀ ਟੀਮ ਜਿੱਤਣੀ ਚਾਹੀਦੀ ਹੈ। ਮੈਂ ਵੀ ਜਦੋਂ ਸਕੂਲ ਕਾਲਜ ਦੀਆਂ ਟੀਮਾਂ 'ਚ ਖੇਡਦਾ ਸੀ, ਸਾਡੇ ਲਈ ਆਪਣੀ ਟੀਮ ਸਭ ਤੋਂ ਉੱਪਰ ਹੁੰਦੀ ਸੀ। ਸਾਨੂੰ ਹੁੰਦਾ ਸੀ ਕਿ ਸਾਡੀ ਟੀਮ ਇਹ ਕੰਪੀਟੀਸ਼ਨ ਜਿੱਤੇ, ਦੂਸਰੇ ਸਕੂਲ ਦੀ ਟੀਮ ਨਾ ਜਿੱਤੇ, ਦੂਸਰਾ ਕਾਲਜ ਨਾ ਜਿੱਤੇ। ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਵਰਗੇ ਹੋਰ ਵੀ ਸਾਡੇ ਸੈਂਕੜੇ ਖਿਡਾਰੀ ਨੇ, ਪ੍ਰਗਟ ਸਿੰਘ ਨੇ ਹਾਕੀ ਵਾਲੇ, ਇਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਇੰਡੀਆ ਜਿੱਤਣਾ ਚਾਹੀਦਾ, ਵੀ ਭਾਰਤ ਜਿੱਤਣਾ ਚਾਹੀਦਾ, ਹਿੰਦੁਸਤਾਨ ਜਿੱਤਣਾ ਚਾਹੀਦਾ ਇਸ ਟੂਰਨਾਮੈਂਟ ਦੇ ਵਿੱਚ। ਉਹ ਸਪਿਰਿਟ ਹੈ ਜਿਹੜੀ ਸਪੋਰਟਸਮੈਨ ਸਪਿਰਿਟ, ਉਹ ਇੱਕ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਇਸ ਤਰੀਕੇ ਦੇ ਖਿਡਾਰੀਆਂ ਦਾ। ਔਰ ਉਹੀ ਮੈਨੂੰ ਕੱਲ ਦਿਖਿਆ। ਨਵਜੋਤ ਸਿੰਘ ਸਿੱਧੂ ਕਹਿੰਦੇ ਹੁਣ ਮੈਂ ਜੇਲ੍ਹ ਜਾ ਰਿਹਾ, 1 ਸਾਲ ਦਾ ਮੇਰਾ ਉੱਥੇ ਪੜਾਅ ਹੈ, ਇਸ ਕਰਕੇ ਮੈਂ ਕਿਸੇ ਵੀ ਤਰ੍ਹਾਂ ਦਾ ਵਜ਼ਨ ਆਪਣੇ ਦਿਮਾਗ 'ਤੇ ਨਹੀਂ ਰੱਖਣਾ, ਔਰ ਮੈਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਤੇ ਸਾਰਿਆਂ ਦੇ ਚੰਗੇ ਦੀ ਅਰਦਾਸ ਕਰਕੇ ਜੇਲ੍ਹ ਜਾਊਂਗਾ। ਉਹ ਸੁਪਰੀਮ ਕੋਰਟ ਵੱਲੋਂ ਮੈਨੂੰ ਸਜ਼ਾ ਸੁਣਾਈ ਗਈ ਹੈ, ਮੇਰੇ ਸਿਰ ਮੱਥੇ ਪ੍ਰਵਾਨ ਹੈ, ਤੇ ਮੈਂ ਜੇਲ੍ਹ ਜਾ ਕੇ ਮੈਂ ਜੋ ਵੀ ਮੈਨੂੰ ਉੱਥੇ ਜ਼ਿੰਮੇਵਾਰੀ ਦਿੱਤੀ ਜਾਊਗੀ, ਫਿਰ ਮੈਂ ਉਹਦੇ ਵਿੱਚ ਰੁੱਝ ਜਾਣਾ ਹੈ। ਜੇ ਮੈਨੂੰ ਵਕਤ ਮਿਲੂਗਾ ਕੰਮਕਾਰ ਤੋਂ, ਤੇ ਮੈਂ ਉੱਥੇ ਪੜੂੰਗਾ, ਲਿਖੂੰਗਾ ਵੀ। ਅਖਬਾਰ ਵੀ ਮੈਨੂੰ ਲੱਗਦਾ ਜੇਲ੍ਹ 'ਚ ਸਾਡੇ ਜਿਹੜੇ ਕੈਦੀ ਆ ਉਹਨਾਂ ਨੂੰ ਮਿਲਦੇ ਨੇ, ਸੋ ਕਾਗਜ਼ ਪੈਨ ਵੀ ਜ਼ਰੂਰ ਮਿਲੇਗਾ, ਕਿਉਂਕਿ ਚਿੱਠੀ ਪੱਤਰ ਆਮ ਤੌਰ ਤੇ ਅਸੀਂ ਦੇਖਦੇ ਹਾਂ ਜੇਲ੍ਹ 'ਚੋਂ ਬਹੁਤ ਵਾਰੀ ਆਉਂਦੀ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਉਹ ਬਹੁਤ ਸੋਚ ਕੇ ਚੀਜ਼ਾਂ ਕਰਨ ਵਾਲੇ ਵਿਅਕਤੀ ਨੇ। ਉਹ ਇਹ ਸੋਚ ਕੇ ਗਏ ਨੇ ਕਿ ਮੈਂ ਜੇਲ੍ਹ ਜਾ ਕੇ ਲਿਖੂੰਗਾ ਵੀ, ਭਾਵੇਂ ਉਹ ਆਪਣੇ ਬਾਰੇ ਲਿਖਣ, ਆਪਣੇ ਜੇਲ੍ਹ ਦੇ ਸਫ਼ਰ 'ਚ ਲਿਖਣ, ਔਰ ਕਿਉਂਕਿ ਸਖਤ ਸਜ਼ਾ ਸੁਣਾਈ ਗਈ ਆ ਉਹਨਾਂ ਨੂੰ ਕੰਮ ਵੀ ਕਰਨ ਨੂੰ ਦਿੱਤਾ ਜਾਊਗਾ, ਕਿਉਂਕਿ ਉਹ ਪੱਕੀ ਸਜ਼ਾ ਉਹਨਾਂ ਦੀ। ਸੋ ਉਹ ਕੰਮ ਵੀ ਕਰਨਗੇ, ਉਹਨਾਂ ਨੂੰ ਕਿਹੜਾ ਕੰਮ ਦਿੱਤਾ ਜਾਂਦਾ ਹੈ ਉਹ ਉਹਦੇ ਲਈ ਵੀ ਤਿਆਰ ਨੇ। ਦੇਖੋ, ਕੰਮ ਤਾਂ ਉਹਨਾਂ ਦਾ ਛਡਾ ਲਿਆ ਗਿਆ ਸੀ। ਬਹੁਤ ਸਾਰੇ ਸਾਡੇ ਵਿਰੋਧੀ ਲੀਡਰ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਜਾਂ ਸਿਆਸਤ ਕਰ ਲਈ ਜਾਂ ਕੰਮ ਕਰ ਲਈ। ਨਵਜੋਤ ਸਿੰਘ ਸਿੱਧੂ ਨੇ ਟੈਲੀਵਿਜ਼ਨ ਦਾ ਕੰਮ ਛੱਡਤਾ, ਸੋ ਇਸ ਕਰਕੇ ਉਹ ਸਿਆਸਤ 'ਚ ਆ ਗਏ। ਚਲੋ, ਉਹਨਾਂ ਦੀ ਰੋਜ਼ੀ ਰੋਟੀ ਦਾ ਵੀ, ਪਰਿਵਾਰ ਦਾ ਥੋੜਾ ਜਿਹਾ ਵਿੱਤੀ ਸੰਕਟ ਬਣਿਆ ਪਰਿਵਾਰ ਤੇ। ਮੈਂ 2 ਚੀਜ਼ਾਂ ਹੋਰ ਜੋੜੂੰਗਾ। ਨਵਜੋਤ ਸਿੱਧੂ ਨੂੰ ਉਹ ਕਹਿੰਦੇ ਮੈਨੂੰ ਕੰਮ ਦੀ ਕੋਈ ਦਿੱਕਤ ਨਹੀਂ। ਉਹ ਕਹਿੰਦੇ ਮੈਂ ਜੂਨ ਜੁਲਾਈ ਦੇ ਮਹੀਨੇ 'ਚ 3-3 ਘੰਟੇ ਸਿਖਰ ਦੁਪਹਿਰ ਨੂੰ ਕ੍ਰਿਕਟ ਦੀ ਅਭਿਆਸ ਕਰਦਾ ਰਿਹਾ ਜਦੋਂ ਮੈਂ ਟੀਮ 'ਚ ਜਾਣਾ ਸੀ। ਸੋ ਮੈਂ ਹੁਣ ਵੀ ਉਨੀ ਸਮਰੱਥਾ ਰੱਖਦਾ ਕਿ ਮੈਂ ਜੂਨ ਜੁਲਾਈ ਦੇ ਵਿੱਚ ਵੀ, ਧੁੱਪ ਦੇ ਵਿੱਚ ਵੀ ਮੈਂ ਕੰਮ ਕਰ ਸਕਦਾ। ਜਿਹੜਾ ਕੰਮ ਮੈਨੂੰ ਕਰਨ ਨੂੰ ਦਿੱਤਾ ਜਾਊਗਾ ਮੈਂ ਕਰੂੰਗਾ। ਔਰ ਆਸਥਾ ਨਾਲ ਜੁੜਿਆ ਜਿਹੜਾ ਕੁਝ ਸਮਾਨ ਹੁੰਦਾ ਆਸਥਾ ਨਾਲ ਜੁੜਿਆ, ਉਹ ਵੀ ਲੈ ਕੇ ਗਏ ਨੇ। ਬਾਕੀ ਹੁਣ ਜੇਲ੍ਹ ਚਲੇ ਗਏ ਨੇ, ਔਰ ਜਦੋਂ ਮੁਲਾਕਾਤ ਦੇ ਵਕਤ ਹੋਣਗੇ, ਹੁਣ ਜਿਹੜੇ ਪਰਿਵਾਰਕ ਮੈਂਬਰ ਮੁਲਾਕਾਤ ਕਰਿਆ ਕਰਨਗੇ, ਫਿਰ ਕੁਝ ਨਾ ਕੁਝ ਮੁਲਾਕਾਤੀਆਂ ਦੇ ਜ਼ਰੀਏ ਸਾਨੂੰ ਹੌਲੀ ਹੌਲੀ ਗੱਲਾਂ ਪਤਾ ਲੱਗਣਗੀਆਂ ਵੀ ਉਹਨਾਂ ਨੂੰ ਕਿਹੜਾ ਕੰਮ ਦਿੱਤਾ ਗਿਆ ਹੈ ਜੇਲ੍ਹ ਦੇ ਵਿੱਚ, ਉਹ ਕੀ ਕੰਮ ਕਰਦੇ ਨੇ, ਔਰ ਹੌਲੀ ਹੌਲੀ ਹੁਣ ਉਹਨਾਂ ਦੀ ਜ਼ਿੰਦਗੀ ਦੇ ਹੋਰ ਪਹਿਲੂ ਸਾਹਮਣੇ ਆਉਣਗੇ। ਪਰ ਮੈਂ ਕਈ ਵਾਰੀ ਦੇਖਦਾ ਹੁੰਦਾ ਹਰਜੋਤ ਜੀ, ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਬਹੁਤ ਬੁਲੰਦੀਆਂ ਤੇ ਵੀ ਰਹੀ ਹੈ, ਪਰ ਬਹੁਤ ਕਈ ਵਾਰ ਵਿਵਾਦਾਂ 'ਚ ਵੀ ਰਹੀ ਹੈ। ਸੋ 23-24 ਸਾਲ ਦੇ ਸੀ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ। 23-24 ਸਾਲ ਦੀ ਉਮਰ ਸੀ, ਪੜ੍ਹਦੇ ਸੀ ਤੇ ਖੇਡਦੇ ਸੀ। ਤੇ ਹੁਣ 58 ਸਾਲ 'ਚ ਜਾ ਕੇ 23-24 ਸਾਲ ਵਾਲਾ ਜਿਹੜਾ ਮਾਮਲਾ ਸੀ, 58 ਸਾਲ 'ਚ ਜਾ ਕੇ ਹੁਣ 1 ਸਾਲ ਉਹਨਾਂ ਨੂੰ ਜੇਲ੍ਹ 'ਚ ਪੜਾ ਹੈ ਜਿਹੜਾ ਉਹ ਪੂਰਾ ਕਰਨਾ ਪੈਣਾ ਸਜ਼ਾ ਦੇ ਰੂਪ ਦੇ ਵਿੱਚ। ਸੋ ਇਹ ਵੀ ਰੱਬ ਦੇ ਰੰਗ ਨੇ। ਔਰ ਦੇਖੋ ਕਿੰਨਾ ਸਮਾਂ ਦੇਸ਼ ਲਈ ਕ੍ਰਿਕਟ ਖੇਡੇ। ਸ਼ੁਰੂ 'ਚ ਕਹਿੰਦੇ ਉਹ ਕ੍ਰਿਕਟ ਬਹੁਤ ਸਲੋ ਖੇਡਦੇ ਸੀ, ਉਹ ਬਹੁਤ ਜ਼ਿਆਦਾ ਹਿੱਟ ਨਹੀਂ ਸੀ ਕਰਦੇ ਜਿਵੇਂ ਸਾਡੇ ਵਿਰਾਟ ਕੋਹਲੀ ਜਾਂ ਮਹਿੰਦਰ ਧੋਨੀ ਨੇ। ਫਿਰ ਉਹ ਕਹਿੰਦੇ ਮੈਂ ਜੂਨ ਜੁਲਾਈ ਦੇ ਮਹੀਨੇ 'ਚ ਗਰਮੀਆਂ 'ਚ ਬਹੁਤ ਪ੍ਰੈਕਟਿਸ ਕਰਨੀ। ਆਪਣੇ ਜਿਹੜਾ ਉਹਨਾਂ ਦਾ ਪਟਿਆਲਾ ਵਾਲਾ ਘਰ ਹੈ ਉਹਦੇ ਪਿੱਛੇ ਹੀ ਉਹਨਾਂ ਨੇ ਪਿੱਚ ਬਣਾਈ ਹੋਈ ਸੀ। ਮੈਂ ਲਗਾਤਾਰ 1.5-2 ਘੰਟੇ ਉਹਨਾਂ ਨਾਲ ਮੇਰੀ ਗੱਲ ਹੋਈ। ਘਰ ਦੇ ਪਿੱਛੇ ਕਹਿੰਦੇ ਮੈਂ ਪਿੱਚ ਬਣਾਈ ਹੋਈ ਸੀ, ਮੈਂ ਸਿਖਰ ਦੁਪਹਿਰੇ, ਸਵੇਰੇ, ਦੁਪਹਿਰੇ, ਸ਼ਾਮ ਮੈਂ ਪ੍ਰੈਕਟਿਸ ਕਰਦਾ ਸੀ, ਕਿਉਂਕਿ ਕਿਸੇ ਵੱਡੇ ਰਾਈਟਰ ਨੇ ਉਹਨਾਂ ਬਾਰੇ ਲਿਖਤਾ ਸੀ ਕਿ ਇਹ ਬਹੁਤ ਜ਼ਿਆਦਾ ਤੇਜ਼ ਨਹੀਂ ਖੇਡਦੇ। ਕਹਿੰਦੇ ਫਿਰ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਤੁਹਾਨੂੰ ਤੇਜ਼ ਖੇਡਣਾ ਚਾਹੀਦਾ, ਕਿਉਂਕਿ ਭਾਰਤ ਨੂੰ ਜਿੱਤ ਦੀ ਲੋੜ ਹੈ, ਭਾਰਤ ਨੂੰ ਕੋਈ ਹਿੱਟਰ ਚਾਹੀਦਾ ਕ੍ਰਿਕਟ ਦੇ ਵਿੱਚ। ਕਹਿੰਦੇ ਫਿਰ ਮੈਂ
ਲੰਮਾ ਸਮਾਂ ਅਭਿਆਸ ਕੀਤਾ ਹਿੱਟ ਮਾਰਨ ਦੇ ਤੌਰ ਤੇ ਦੇਖੋ ਨਵਜੋਤ ਸਿੰਘ ਸਿੱਧੂ ਨੇ ਐਡੀ ਮਿਹਨਤ ਕੀਤੀ। ਫਿਰ ਨਵਜੋਤ ਸਿੰਘ ਸਿੱਧੂ ਸਾਡਾ ਪਹਿਲਾ ਸਿੱਖ ਖਿਡਾਰੀ ਸੀ ਜਿਹੜਾ ਸਿਕਸਰ ਕਿੰਗ ਦੇ ਤੌਰ ਤੇ ਮਸ਼ਹੂਰ ਹੋਇਆ। ਅੱਜ ਕੱਲ ਕਈ ਵਾਰੀ ਬਹੁਤ ਸਾਰੇ ਲੋਕ ਉਹਨਾਂ ਨੂੰ ਸਿਆਸਤ 'ਚ ਕਹਿੰਦੇ ਆ ਕਿ ਉਹ ਸਿਆਸਤ ਦੇ ਚੌਕੇ ਛੱਕੇ ਲਾਉਂਦੇ ਨੇ, ਅਸਲ 'ਚ ਉਹ ਇੱਕ ਆਦਰਸ਼ ਖਿਡਾਰੀ ਬਣ ਕੇ ਉੱਭਰੇ ਸੀ। ਉੱਥੇ ਵੀ ਇੱਕ ਵਾਰੀ ਉਹ ਇੰਗਲੈਂਡ ਤੋਂ ਵਿੱਚ ਟੀਮ ਦਾ ਹਿੱਸਾ ਨਹੀਂ ਸੀ ਰਹੇ, ਵਾਪਸ ਆ ਗਏ। ਸੋ ਉਹਨਾਂ ਦੀ ਜ਼ਿੰਦਗੀ ਦੇ ਨਾਲ ਉਤਰਾਅ ਚੜਾਅ ਬਣੇ ਰਹੇ ਨੇ। ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਪਾਕਿਸਤਾਨ ਤੋਂ ਵੀ ਤੁਸੀਂ ਚੋਣ ਲੜੋ। ਅਟਲ ਬਿਹਾਰੀ ਵਾਜਪਾਈ ਦੀ ਬਹੁਤ ਇੱਜ਼ਤ ਕਰਦੇ ਸੀ, ਉਹਨਾਂ ਨੇ ਸੱਦਿਆ ਤੇ ਫਿਰ ਆਏ ਤੇ ਫਿਰ ਰਾਜਨੀਤੀ ਦਾ ਹਿੱਸਾ ਬਣੇ। ਅਟਲ ਬਿਹਾਰੀ ਵਾਜਪਾਈ ਨੂੰ ਬਹੁਤ ਮੰਨਦੇ ਸੀ। ਉਹਨਾਂ ਦੀ ਅੱਜ ਵੀ ਉਹਨਾਂ ਦੇ ਦਿਖਾਏ ਜਿਹੜੇ ਚੰਗੇ ਚੰਗੇ ਰਸਤੇ ਨੇ ਉਹਨਾਂ ਤੇ ਉਹ ਚੱਲਦੇ ਨੇ। ਔਰ ਠੀਕ ਹੈ, ਇਹ ਪੜਾ ਰਹੇ ਜ਼ਿੰਦਗੀ ਦੇ 4 ਵਾਰ MP ਰਹਿ ਗਏ, MLA ਰਹਿ ਗਏ, ਮੰਤਰੀ ਰਹਿ ਗਏ, ਪਰ ਰਾਜ ਸਭਾ ਵੀ ਛੱਡੀ ਕਿਉਂਕਿ ਫਿਰ ਇੱਕ ਸਪੋਰਟਸਮੈਨ ਸਪਿਰਿਟ ਜਾਗ ਗਈ ਕਿ ਮੈਂ ਆਪਣਾ ਪੰਜਾਬ ਨਹੀਂ ਛੱਡਣਾ। ਇੰਡੀਆ ਲਈ ਮੈਂ ਕ੍ਰਿਕਟ ਖੇਡਦਾ ਸੀ ਤੇ ਪੰਜਾਬ ਲਈ ਮੈਂ ਸਿਆਸਤ ਕਰਦਾ ਤੇ ਮੈਂ ਪੰਜਾਬ ਲਈ ਸਿਆਸਤ ਕਰਨੀ ਹੈ ਤੇ ਮੈਂ ਪੰਜਾਬ ਨੂੰ ਨੰਬਰ 1 ਦੇਖਣਾ ਹੈ। ਇਹ ਇੱਕ ਲਗਨ ਤੇ ਜਜ਼ਬਾ ਸੀ। ਇਹ ਬਹੁਤ ਸਾਰੇ ਲੋਕ ਨੇ ਸਾਡੇ ਜਿਹੜੇ ਪ੍ਰੋਗਰਾਮ ਵੀ ਸੁਣ ਰਹੇ ਹੋਣਗੇ, ਜਿਹੜੇ ਖਿਡਾਰੀ ਵੀ ਨੇ, ਉਹਨਾਂ ਨੂੰ ਹੁੰਦਾ ਕਿ ਮੇਰਾ ਸਟੇਟ ਅੱਗੇ ਜਾਵੇ। ਜਿਵੇਂ ਹੁਣ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਚਾਹੁੰਦੇ ਨੇ ਮੈਂ ਪੰਜਾਬ ਅੱਗੇ ਲੈ ਕੇ ਜਾਵਾਂ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੋਸ਼ਿਸ਼ਾਂ ਕੀਤੀਆਂ, ਕੈਪਟਨ ਅਮਰਿੰਦਰ ਨੇ ਵੀ ਕੋਸ਼ਿਸ਼ਾਂ ਕੀਤੀਆਂ। ਹਰ ਵਿਅਕਤੀ ਆਪਣੀ ਸਮਰੱਥਾ ਮੁਤਾਬਕ ਪੂਰਾ ਖਰਾ ਉਤਰਿਆ। ਕਮੀਆਂ ਵੀ ਰਹੀਆਂ, ਕੋਈ ਵੀ ਵਿਅਕਤੀ 100% ਕੋਈ ਵੀ ਚੀਜ਼ ਡਿਲੀਵਰ ਨਹੀਂ ਕਰ ਸਕਦਾ, ਕਦੀ ਵੀ ਇੰਨੀ ਬੁਲੰਦੀ ਤੇ ਕੋਈ ਵੀ ਨਹੀਂ ਰਹਿੰਦਾ। ਸੋ ਇਸ ਵਾਰ ਹਾਰੇ ਵੀ ਨਵਜੋਤ ਸਿੰਘ ਸਿੱਧੂ। ਹਾਰਨ ਤੋਂ ਬਾਅਦ ਕਹਿੰਦੇ ਮੈਂ ਇਹ ਨਹੀਂ ਸੁਣਨਾ ਚਾਹੁੰਦਾ ਕਿ ਮੈਂ ਲੋਕ ਕਹਿਣਗੇ ਵੀ ਜੇ ਨਵਜੋਤ ਸਿੰਘ ਸਿੱਧੂ ਹਾਰ ਗਿਆ ਤੇ ਫਿਰ ਟੈਲੀਵਿਜ਼ਨ ਦੇ ਪ੍ਰੋਗਰਾਮ ਕਰਨ ਚਲਾ ਗਿਆ। ਹਰਜੋਤ ਜੀ, ਮੈਂ ਉਹਨਾਂ ਨੂੰ ਸਲਾਹ ਦਿੰਦਾ ਸੀ ਵੀ ਤੁਹਾਡੀ ਵਿੱਤੀ ਹਾਲਤ ਉਨੀ ਚੰਗੀ ਨਹੀਂ ਹੈ। ਬਿਲਕੁਲ, ਕਿਉਂਕਿ ਤੁਸੀਂ ਰਾਜਨੀਤੀ ਚ ਆ ਕੇ ਨਾ ਕੋਠੀਆਂ ਬਣਾਈਆਂ, ਨਾ ਤੁਸੀਂ ਫਾਈਨਾਂਸ ਕੰਪਨੀਆਂ ਬਣਾਈਆਂ, ਨਾ ਤੁਸੀਂ ਸ਼ਰਾਬ ਦੇ ਕੰਮ ਸ਼ੁਰੂ ਕੀਤੇ, ਨਾ ਤੁਸੀਂ ਪਰਿਵਾਰ ਨੂੰ ਚੇਅਰਮੈਨੀਆਂ ਦਵਾਈਆਂ, ਨਾ ਤੁਸੀਂ ਹੋਟਲ ਬਣਾਏ, ਨਾ ਤੁਸੀਂ ਮਿੱਲਾਂ ਲਾਈਆਂ। ਮੈਂ ਕਿਹਾ ਤੁਸੀਂ ਨਾ ਫਾਈਨਾਂਸ ਕੰਪਨੀਆਂ ਖੋਲੀਆਂ, ਤੁਸੀਂ ਮੈਂ ਕਿਹਾ ਤੁਹਾਨੂੰ ਟੈਲੀਵਿਜ਼ਨ ਦਾ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਤੁਸੀਂ ਹੋਰ ਪੈਸੇ ਕਮਾ ਸਕੋ। ਕਿਉਂਕਿ ਉਹਨਾਂ ਦੀ ਬੇਟੀ ਦੀ ਐਜੂਕੇਸ਼ਨ, ਉਹਨਾਂ ਦੀ ਬੇਟੀ ਦੀ ਮੈਰਿਜ ਲਈ ਵੀ ਉਹ ਕਈ ਵਾਰ ਕਹਿ ਚੁੱਕੇ ਨੇ ਕਿ ਮੇਰੇ ਕੋਲੇ ਹੁਣ ਉਨੀ ਫਾਈਨੈਂਸ਼ੀਅਲ ਸਮਰੱਥਾ ਨਹੀਂ ਹੈ। ਕਿਉਂਕਿ ਉਹ ਇੱਕ ਥਾਟ ਪ੍ਰੋਸੈਸ ਬਣ ਗਿਆ ਉਹਨਾਂ ਦਾ ਵੀ ਕਿ ਮੈਂ ਸੂਬੇ ਲਈ ਕੁਝ ਨਾ ਕੁਝ ਕਰਨਾ ਹੈ। ਉਹ ਠੀਕ ਹੈ, ਹਰ ਵਿਅਕਤੀ ਸੰਪੂਰਨ ਨਹੀਂ ਹੁੰਦਾ। ਉਹਨਾਂ ਦੇ ਜਿਹੜਾ ਸੁਭਾਅ 'ਚ ਹਰ ਵਿਅਕਤੀ ਦੇ ਤਬਦੀਲੀ ਆਉਂਦੀ ਹੈ। ਸਮੇਂ ਨਾਲ ਕੁਝ ਸਮੇਂ ਤੋਂ ਉਹਨਾਂ ਦੇ ਬੋਲਣ 'ਚ ਥੋੜਾ ਜਿਹਾ ਤਿੱਖਾਪਣ ਆਇਆ। ਉਹ ਮਨੁੱਖ ਦਾ ਸੁਭਾਅ ਹੈ। ਕਈ ਵਾਰੀ ਬਿਮਾਰੀਆਂ, ਉਹਨਾਂ ਨੂੰ ਲਿਵਰ ਦੀ ਬਿਮਾਰੀ, ਉਹਨਾਂ ਨੂੰ ਇੱਕ ਮੈਨੂੰ ਉਹ ਨਾਮ ਭੁੱਲ ਗਿਆ, ਇੱਕ ਹੋਰ ਉਹਨਾਂ ਨੂੰ ਜਿਹੜੀ ਹੈ ਉਹ ਬਿਮਾਰੀ ਹੈ ਜਿਹਦੀ ਕਲੌਟ ਬਣ ਜੇ ਅਗਰ ਤੇ ਉਹ ਬਹੁਤ ਰਿਸਕੀ ਬਣ ਜਾਂਦਾ। ਉਹ ਆਪਣੀ ਲੱਤ ਦੇ ਉੱਪਰ ਉਹ ਇੱਕ ਬੈਂਡ ਵੀਅਰ ਕਰਦੇ ਨੇ ਪਲਾਸਟਿਕ ਦਾ ਲਗਾਤਾਰ, ਜਿਹੜੇ ਖਿਡਾਰੀ ਵੀ ਪਾ ਕੇ ਰੱਖਦੇ ਨੇ। ਫਿਰ ਉਹ ਇੱਕ ਹੋਰ ਇੱਕ ਬਿਮਾਰੀ ਹੈ, ਉਹਦਾ ਮੈਨੂੰ ਨਾਮ ਭੁੱਲ ਗਿਆ। ਸੋ 3 ਬਿਮਾਰੀਆਂ ਨੇ ਜਿਹੜੀਆਂ ਗੰਭੀਰ ਬਿਮਾਰੀਆਂ ਨੇ, ਉਹਨਾਂ ਦੇ ਨਾਲ ਉਹ ਲੜ ਰਹੇ ਨੇ, ਪਰ ਫਿਰ ਵੀ ਉਹ ਸਿਆਸਤ ਵੀ ਕਰ ਰਹੇ ਨੇ, ਘੁੰਮ ਫਿਰ ਵੀ ਰਹੇ ਨੇ। ਅਸੀਂ ਸਾਰੇ ਲੋਕ, ਕਈ ਲੋਕਾਂ ਨੂੰ ਦਿਲ ਦੀ ਬਿਮਾਰੀ ਹੁੰਦੀ ਪਰ ਫਿਰ ਵੀ ਉਹ ਮਿਹਨਤ ਮਜ਼ਦੂਰੀ ਕਰਦੇ ਆ ਕਿਉਂਕਿ ਇਹ ਸਾਡੀ ਜ਼ਿੰਦਗੀ ਹੈ। ਪਰ ਮੈਂ ਇਹ ਕਹਿਣਾ ਚਾਹ ਰਿਹਾ ਸੀ, ਉਤਾਰ ਚੜਾਅ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਆਏ। ਕਦੀ MP ਬਣੇ, ਅਸਤੀਫਾ ਦਿੱਤਾ ਰਾਜ ਸਭਾ ਦਾ, ਮੰਤਰੀ ਬਣੇ, ਛੱਡਤਾ, ਸਰਕਾਰੀ ਕੋਠੀ ਛੱਡਤੀ। ਸੋ ਮਾੜਾ ਮੋਟਾ ਅਗਰ ਬੋਲਣ 'ਚ ਕੋਈ ਕੁੜੱਤਣ ਆਈ ਵਕਤ ਦੇ ਨਾਲ, ਫਿਜ਼ੀਕਲੀ ਤੌਰ ਤੇ ਅਨਫਿਟ ਸੀ, ਉਹ ਸਾਰੀਆਂ ਚੀਜ਼ਾਂ ਦਾ ਸੁਭਾਅ ਤੇ ਅਸਰ ਪੈਂਦਾ। ਜਿਹੜੀਆਂ ਬਿਮਾਰੀਆਂ ਨੇ ਉਹ ਮਨੁੱਖ ਦੇ ਸੁਭਾਅ ਤੇ ਵੀ ਅਸਰ ਪਾਉਂਦੀਆਂ ਨੇ। ਸੋ ਪਰ ਇਸ ਦੇ ਬਾਵਜੂਦ ਉਹਨਾਂ ਦੀ ਇਮਾਨਦਾਰੀ ਤੇ ਸਵਾਲ ਨਹੀਂ ਹਰਜੋਤ ਜੀ, ਉਹਨਾਂ ਦੇ ਕਰੈਕਟਰ ਤੇ ਸਵਾਲ ਨਹੀਂ, ਔਰ ਪੰਜਾਬ ਪ੍ਰਤੀ ਮੁੱਦਿਆਂ ਦੀ ਲੜਾਈ, ਸਮਰਪਣ ਤੇ ਸਵਾਲ ਨਹੀਂ, ਔਰ ਕਿਸੇ ਨਾਲ ਉਸ ਤਰੀਕੇ ਦਾ ਸਮਝੌਤਾ ਨਹੀਂ ਕੀਤਾ। ਔਰ ਕੁਦਰਤ ਨੇ ਉਹਨਾਂ ਨੂੰ ਕਿੱਡੀ ਵੱਡੀ ਕੁਦਰਤ ਨੇ ਉਹਨਾਂ ਨੂੰ ਖੁਸ਼ੀ ਦਿੱਤੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੁੱਲਿਆ, ਉਹਦੇ 'ਚ ਉਹਨਾਂ ਦੀ ਭੂਮਿਕਾ ਉੱਭਰ ਕੇ ਸਾਹਮਣੇ ਆਈ। ਸੋ ਮੈਨੂੰ ਲੱਗਦਾ ਜ਼ਿੰਦਗੀ 'ਚ ਬਹੁਤ ਉਤਾਰ ਵੀ ਰਹੇ ਨੇ, ਚੜਾਅ ਵੀ ਰਹੇ ਨੇ। ਤੇ ਹੁਣ 1 ਸਾਲ ਦੀ ਜੇਲ੍ਹ ਦੀ ਸਜ਼ਾ, ਤੇ ਉਹ ਦੇਖਦੇ ਹਾਂ ਕਿ ਉਹ 1 ਸਾਲ ਦੀ ਜੇਲ੍ਹ ਦੀ ਸਜ਼ਾ ਕੀ ਛੁੱਟੀਆਂ ਛੱਟੀਆਂ ਪਾ ਕੇ ਕੀ ਘਟੇਗੀ, 8-9 ਮਹੀਨੇ 10 ਮਹੀਨੇ ਬਣੇਗੀ ਜਾਂ ਪੂਰਾ 1 ਸਾਲ ਲਾਉਣਾ ਪਏਗਾ। ਪਰ ਉਹ 1 ਸਾਲ ਵੀ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਦੌਰਾਨ ਕੰਮ ਕਰਕੇ ਕੁਝ ਨਾ ਕੁਝ ਜੋ ਕਮਾਉਣਗੇ, ਮੈਨੂੰ ਦੱਸ ਵੀ ਰਹੇ ਸੀ ਕਿ ਜੇਲ੍ਹ ਤੋਂ ਜੇ ਕੋਈ ਕਮਾਈ ਆਈ ਫਿਰ ਆ ਕੇ ਉਹ ਮੈਂ ਜ਼ਰੂਰ ਸਮਰਪਿਤ ਕਰੂੰਗਾ ਕਿਤੇ ਨਾ ਕਿਤੇ। ਸੋ ਇਸ ਤਰੀਕੇ ਦੀ ਭਾਵਨਾ ਰੱਖਣ ਵਾਲੇ ਵਿਅਕਤੀ ਨੇ ਨਵਜੋਤ ਸਿੰਘ ਸਿੱਧੂ ਜੀ। ਬਿਲਕੁਲ, ਸੋ ਹੀ ਅਸੀਂ ਗੱਲ ਕਰਦੇ ਹਾਂ ਕਿ ਜਿਵੇਂ
ਜੀ 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 ਸਜ਼ਾ ਤੇ ਜਾਣ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਅਰਦਾਸ ਵੀ ਕੀਤੀ, ਯਾਨੀ ਉਹਨਾਂ ਨੇ ਤਾਂ ਆਪਣੀ ਫਿਰ ਵੀ ਟੀਮ ਸਪਿਰਿਟ ਦਿਖਾਈ ਹੈ। ਪਰ ਜੇਕਰ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰੀਏ, ਜਿਸ ਤਰੀਕੇ ਦੀ ਤਲਖ ਬਿਆਨੀ ਕੁਝ ਅੱਛੇ ਲੀਡਰਾਂ ਵੱਲੋਂ, ਅਸੀਂ ਕਹਿ ਸਕਦੇ ਹਾਂ ਸੀਨੀਅਰ ਲੀਡਰਾਂ ਵੱਲੋਂ ਆਉਂਦੀ ਹੈ, ਸੋ ਉਸਨੂੰ ਚੰਗਾ ਨਹੀਂ ਮੰਨ ਸਕਦੇ। ਪਰ ਰਾਜਾ ਵੜਿੰਗ ਕਿਤੇ ਨਾ ਕਿਤੇ ਉਹਨਾਂ ਦੇ ਫੇਵਰ ਵਿੱਚ ਉਹਨਾਂ ਨੇ ਵੀ ਟਵੀਟ ਕੀਤਾ, ਪਰ ਗੱਲ ਹੈ ਕਿ ਨਾਲ ਖੜਿਆ ਕੋਈ ਨਜ਼ਰ ਉਵੇਂ ਨਹੀਂ ਆਉਂਦਾ। ਪਰ ਸਵਾਲ ਜਿਹੜਾ ਹੈ ਪੰਜਾਬ ਦੇ ਸਾਡੇ ਮੀਡੀਆ ਤੇ ਬਹੁਤ ਵੱਡਾ ਸਵਾਲ ਜੋ ਖੜਾ ਹੋ ਜਾਂਦਾ, ਉਹ ਮੈਂ ਸਵਾਲ ਇਹ ਕਰਨ ਜਾ ਰਹੀ ਹਾਂ ਕਿ ਮੀਡੀਆ ਵਿੱਚ ਲਗਾਤਾਰ ਖਬਰ ਇਹ ਵੀ ਚੱਲਦੀ ਰਹੀ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜੋ ਹੈ ਕਿਊਰੇਟਿਵ ਪਟੀਸ਼ਨ ਪਾਈ ਗਈ, ਉਹਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਜੋ ਹੈ ਮੋਹਲਤ ਮੰਗ ਰਹੇ ਨੇ, ਉਸਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਸੋ ਇਸ ਚੀਜ਼ ਬਾਰੇ ਵੀ ਜਾਣਨਾ ਚਾਹਾਂਗੇ। ਜਿਵੇਂ ਗੱਲਾਂ ਕੀਤੀਆਂ ਜਾ ਰਹੀਆਂ, ਖਬਰਾਂ ਵਿੱਚ ਲਗਾਤਾਰ ਇਹ ਗੱਲਾਂ ਚਲਾਈਆਂ ਗਈਆਂ ਕਿ ਵੀਆਈਪੀ ਟ੍ਰੀਟਮੈਂਟ ਨਹੀਂ ਮਿਲੇਗਾ ਨਵਜੋਤ ਸਿੰਘ ਸਿੱਧੂ ਨੂੰ। ਸੋ ਇਸ ਤਰੀਕੇ ਦੀ ਚੀਜ਼ਾਂ ਫੈਲਾਈਆਂ ਜਾ ਰਹੀਆਂ, ਮੀਡੀਆ ਦੇ ਇਸ ਰੋਲ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ? ਦੇਖੋ, ਅਕਸਰ ਕਈ ਵਾਰੀ ਮੀਡੀਆ ਦੇ ਵਿੱਚ ਇਹ ਚੀਜ਼ਾਂ ਕਈ ਵਾਰੀ ਹੋ ਜਾਂਦੀਆਂ ਨੇ, ਇਹ ਕਈ ਵਾਰੀ ਕਨਫਿਊਜ਼ਨ ਕਰਕੇ ਹੋ ਜਾਂਦੀਆਂ ਨੇ, ਮੇਰਾ ਇਹ ਮੰਨਣਾ ਹੈ। ਕਿਉਂਕਿ ਸਾਡੇ ਮੀਡੀਆ ਤੇ ਵੀ ਹਰਜੋਤ ਜੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਸੋ ਅਸੀਂ ਵੀ ਮੀਡੀਆ ਦਾ ਹਿੱਸਾ ਇੰਨਾ ਲੰਮਾ ਸਮਾਂ ਟੈਲੀਵਿਜ਼ਨਾਂ 'ਚ, ਅਖਬਾਰਾਂ 'ਚ ਕੰਮ ਕਰਦਿਆਂ ਨੂੰ ਹੋ ਗਿਆ। ਸੋ ਮੈਨੂੰ ਲੱਗਦਾ ਕਈ ਵਾਰੀ ਜਿਹੜਾ ਸਾਡਾ ਇਨਫੋਰਮੇਸ਼ਨ ਵਾਲਾ ਸਿਸਟਮ ਹੈ ਨਾ, ਸਾਡਾ ਇਨਫੋਰਮੇਸ਼ਨ ਦਾ ਸਿਸਟਮ ਮੈਨੂੰ ਲੱਗਦਾ ਕੋਈ ਬਹੁਤਾ ਜ਼ਿਆਦਾ ਦੁਰਸਤ ਨਹੀਂ ਹੈ। ਇੱਕ ਤਾਂ ਜਿਹੜੇ ਆਰਡਰ ਹੁੰਦੇ ਨੇ ਸੁਪਰੀਮ ਕੋਰਟ ਦੇ, ਜਿਹੜੇ ਆਰਡਰ ਹੁੰਦੇ ਨੇ, ਉਹ ਜਿਹੜੀ ਲੀਗਲ ਲੈਂਗੁਏਜ ਹੈ, ਕਈ ਵਾਰੀ ਉਹਦਾ ਉਲੱਥਾ ਚੰਗੀ ਤਰ੍ਹਾਂ ਲੋਕਾਂ ਦੇ ਵਿੱਚ ਨਹੀਂ ਜਾ ਪਾਉਂਦਾ। ਕਈ ਵਾਰੀ ਕਿਉਂਕਿ ਮੈਨੂੰ ਇਹ ਪਤਾ ਹੈ ਕਿ ਹਜੇ ਕਿਊਰੇਟਿਵ ਪਟੀਸ਼ਨ ਉਹਨਾਂ ਵੱਲੋਂ ਦਾਇਰ ਨਹੀਂ ਕੀਤੀ ਗਈ ਜੀ। ਹਜੇ ਸੁਪਰੀਮ ਕੋਰਟ ਦੇ ਵਿੱਚ, ਮੈਂ ਸਧਾਰਨ ਭਾਸ਼ਾ 'ਚ ਕਵਾਂ ਤੇ ਕੱਲ ਉਹਨਾਂ ਦੇ ਵਕੀਲਾਂ ਵੱਲੋਂ ਇੱਕ ਦਰਖਾਸਤ ਲਾਈ ਗਈ ਸੀ, ਟੈਕਨੀਕਲ ਭਾਸ਼ਾ ਜਿਹਨੂੰ ਮੈਂਸ਼ਨ ਵੀ ਕਹਿ ਦਿੰਦੇ ਨੇ। ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਵੱਲੋਂ, ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਸਾਡੇ ਵਾਂਗ ਇੱਕ ਸਧਾਰਨ ਜਿਹੜੇ ਨੇ ਉਹ ਵਿਅਕਤੀ ਨੇ, ਉਹ ਕਹਿੰਦੇ ਮੈਂ ਜਦੋਂ ਆਰਡਰ ਦੇਖਦਾ ਤੇ ਮੈਨੂੰ ਇਹ ਨਹੀਂ ਸਮਝ ਆਈ ਕਿ ਮੈਨੂੰ ਤੁਰੰਤ ਸਰੈਂਡਰ ਕਰਨਾ ਪੈਣਾ ਹੈ ਜਾਂ ਮੈਨੂੰ ਕੱਲ ਸਰੈਂਡਰ ਕਰਨਾ ਪੈਣਾ ਹੈ। ਤੇ ਉਹ ਇਸ ਕਰਕੇ ਉਹ ਮੈਂਸ਼ਨ ਸੀ ਜਿਹੜੀ ਉਹਨਾਂ ਦੇ ਵਕੀਲਾਂ ਵੱਲੋਂ ਉਹ ਲਗਾਈ ਗਈ ਸੀ। ਉਸ ਮੈਂਸ਼ਨ ਦੇ ਵਿੱਚ ਪੁਆਇੰਟ ਸੀ ਵੀ ਕੀ ਇਮੀਡੀਏਟ ਸਰੈਂਡਰ ਕਰਨਾ ਹੈ ਜਾਂ ਸਰੈਂਡਰ ਕਰਨ ਦੀ ਕੋਈ ਮੌਲਤ ਮਿਲੇਗੀ। ਹਰ ਵਿਅਕਤੀ ਚਾਹੁੰਦਾ, ਇੱਕ ਲੀਗਲ ਰਾਈਟ ਹੈ ਸਾਡਾ, ਕਨਸਟੀਟਿਊਸ਼ਨ ਹਰ ਨਾਗਰਿਕ ਨੂੰ ਇੱਕ ਲੀਗਲ ਰਾਈਟ ਦਿੰਦਾ ਹੈ ਕਿ ਅਗਰ ਸੁਪਰੀਮ ਕੋਰਟ ਦਾ ਫੈਸਲਾ, ਕਿਉਂਕਿ ਉਸ ਦਿਨ ਸਵੇਰੇ ਉਹ ਤਾਂ ਪਟਿਆਲੇ ਆਏ ਸੀ ਪ੍ਰੋਟੈਸਟ ਲਈ, ਉਸੇ ਦਿਨ ਪਤਾ ਲੱਗਿਆ ਕਿ ਸੁਪਰੀਮ ਕੋਰਟ ਦਾ ਅੱਜ ਫੈਸਲਾ ਆ ਜਾਣਾ ਹੈ ਤੇ ਉਹ ਸਜ਼ਾ ਸੁਣਾ ਦਿੱਤੀ ਗਈ। ਉਹ ਪਟਿਆਲੇ ਤੋਂ ਅੰਮ੍ਰਿਤਸਰ ਲਈ ਨਿਕਲੇ ਕਿ ਮੈਂ ਆਪਣੇ ਪਰਿਵਾਰ ਨੂੰ ਇੱਕ ਵਾਰੀ ਮਿਲ ਲਾਂ ਤੇ ਮੈਂ ਸਲਾਹ ਮਸ਼ਵਰਾ ਕਰ ਲਾਂ। ਜ਼ਰੂਰੀ ਕਾਗਜ਼ ਨੇ, ਬੈਂਕਾਂ ਦੀਆਂ ਕਾਪੀਆਂ ਨੇ, ਚੈੱਕ ਬੁੱਕਾਂ ਨੇ, ਆਪਣੇ ਜ਼ਰੂਰੀ ਕਾਗਜ਼ਾਤ ਹੁੰਦੇ ਨੇ ਤੇ ਪਰਿਵਾਰ ਦੀਆਂ 100 ਆਪਣੀਆਂ ਨਿਜਤਾ ਵਾਲੀਆਂ ਗੱਲਾਂ ਹੁੰਦੀਆਂ ਨੇ। ਉਹਨਾਂ ਦੇ ਧਰਮ ਪਤਨੀ ਨੇ, ਥੋੜੇ ਦਿਨ ਪਹਿਲਾਂ ਹੀ ਉਹਨਾਂ ਦਾ ਇੱਕ ਬਹੁਤ ਵੱਡਾ ਆਪਰੇਸ਼ਨ ਹੋਇਆ ਹੈ, ਉਹ ਵੀ ਹਜੇ ਪੂਰੀ ਤਰ੍ਹਾਂ ਨਾਲ ਡਾਕਟਰ ਨਵਜੋਤ ਕੌਰ ਫਿਜ਼ੀਕਲੀ ਫਿਟ ਨਹੀਂ ਸੀ। ਸੋ ਉਹਨਾਂ ਨੂੰ ਲੱਗਿਆ ਕਿ ਮੈਂ ਅੰਮ੍ਰਿਤਸਰ ਚਲਾ ਜਾਵਾਂ। ਫਿਰ ਉਹ ਕਹਿੰਦੇ ਮੈਨੂੰ ਇੱਕ ਕਨਫਿਊਜ਼ਨ ਆ ਗਈ ਕਿ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਵੀ ਕੀ ਹੁਣੀ ਸਰੈਂਡਰ ਕਰਨਾ ਹੈ ਜਾਂ ਸਵੇਰੇ ਕਰਨਾ ਹੈ। ਫਿਰ ਉਹ ਅੰਮ੍ਰਿਤਸਰ ਜਾਂਦੇ ਜਾਂਦੇ ਵਾਪਸ ਮੁੜ ਆਏ ਤੇ ਗੱਡੀ 'ਚ ਵੀ ਕੋਈ ਤਕਨੀਕੀ ਖਰਾਬੀ ਰਹੀ। ਸੋ ਕਈ ਤਰ੍ਹਾਂ ਦੇ ਹਾਲਾਤ ਰਹੇ, ਉਹ ਵਾਪਸ ਮੁੜ ਆਏ। ਤੇ ਫਿਰ ਉਹਨਾਂ ਦੇ ਵਕੀਲਾਂ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਮੈਂਸ਼ਨ ਪਾਈ ਗਈ ਕਿ ਅਗਰ, ਕਿਉਂਕਿ ਅਚਾਨਕ ਫੈਸਲਾ ਆ ਗਿਆ, ਬਹੁਤ ਸਾਰੇ ਆਪਣੇ ਕੰਮ ਹੁੰਦੇ ਨੇ। ਨਵਜੋਤ ਸਿੰਘ ਸਿੱਧੂ ਖੁਦ 2-3 ਬਿਮਾਰੀਆਂ ਤੋਂ ਪੀੜਤ ਨੇ, ਉਹਨਾਂ ਦਾ ਇਲਾਜ ਚੱਲ ਰਿਹਾ, ਉਹਨਾਂ ਦੀ ਸਰਜਰੀ ਵੀ ਹੋਈ ਹੈ, ਉਹਨਾਂ ਦੀਆਂ ਦਵਾਈਆਂ ਨੇ, ਫਿਰ ਉਹਨਾਂ ਦਾ ਭੋਜਨ, ਉਹਨਾਂ ਲੀਵਰ ਦੀ ਪ੍ਰੋਬਲਮ ਕਰਕੇ ਭੋਜਨ ਦੀ ਥੋੜੀ ਜਿਹੀ ਵੱਖਰੀ ਤਰ੍ਹਾਂ ਦੀ ਡਾਕਟਰਾਂ ਵੱਲੋਂ ਰਿਕਮੈਂਡੇਸ਼ਨ ਹੈ। ਸੋ ਜਿਵੇਂ ਸਾਨੂੰ ਆਮ ਲੋਕਾਂ ਨੂੰ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸੀ। ਇਸ ਕਰਕੇ ਉਹਨਾਂ ਦੇ ਜਿਹੜੇ ਵਕੀਲ ਨੇ, ਉਹਨਾਂ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਮੈਂਸ਼ਨ ਦਿੱਤੀ ਗਈ ਕਿ ਅਗਰ ਕੁਝ ਸਮਾਂ ਸਾਨੂੰ ਸਰੈਂਡਰ ਕਰਨ ਲਈ ਮਿਲ ਜਾਵੇ। ਪਰ ਕਿਉਂਕਿ ਕੱਲ 4 ਵਜੇ ਤੱਕ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੀ ਮੈਂਸ਼ਨ ਸੀ ਉਹਦੇ ਤੇ ਕੋਈ ਕਲੈਰਿਟੀ ਨਹੀਂ ਆਈ ਤੇ ਫਿਰ ਉਹਨਾਂ ਨੇ ਫੈਸਲਾ ਕੀਤਾ, ਸ਼ਨੀ ਐਤਵਾਰ ਨੂੰ ਛੁੱਟੀਆਂ ਨੇ, ਸੁਪਰੀਮ ਕੋਰਟ 'ਚ ਵੀ ਛੁੱਟੀਆਂ ਹੋਣ ਲੱਗੀਆਂ ਨੇ। ਫਿਰ ਉਹਨਾਂ ਨੇ 3:45 ਵਜੇ ਕਿਹਾ ਕਿ ਅਗਰ ਸੁਪਰੀਮ ਕੋਰਟ 'ਚ ਹਜੇ ਤੱਕ ਆਪਾਂ ਨੂੰ ਕਿਸੇ ਤਰ੍ਹਾਂ ਦਾ ਉਹਨਾਂ ਉਸ ਦਰਖਾਸਤ ਉੱਪਰ ਅਗਰ ਆਪਾਂ ਨੂੰ ਕੋਈ ਨਹੀਂ ਦਿਖ ਰਿਹਾ ਕਿ ਕੋਈ ਸਾਡੇ ਲਈ ਇਸ ਵਕਤ ਪੋਜ਼ਿਟਿਵ ਚੀਜ਼ ਆ ਰਹੀ ਹੈ, ਤੇ ਉਹ ਕਹਿੰਦੇ ਮੈਂ ਹੁਣੇ ਫਿਰ ਮੈਂ ਸਰੈਂਡਰ ਕਰੂੰਗਾ। ਔਰ ਉਹਨਾਂ ਦੀ ਬੇਟੀ ਨਹੀਂ ਆ ਸਕੀ, ਉਹ ਆਪਣੀ ਬੇਟੀ ਨੂੰ ਵੀ ਨਹੀਂ ਸਰੈਂਡਰ ਤੋਂ ਪਹਿਲਾਂ ਮਿਲ ਸਕੇ। ਕਿਉਂਕਿ ਉਹਨਾਂ ਦੇ ਜਿੰਨੇ ਮੈਡੀਕਲ ਟੈਸਟ ਸੀ, ਮੈਡੀਕਲ ਰਿਪੋਰਟਾਂ ਸੀ, ਜਿਹੜੇ ਕਾਗਜ਼ ਪੱਤਰ ਸੀ, ਉਹਨਾਂ ਦੀ ਬੇਟੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀਆਂ ਅਲਮਾਰੀਆਂ 'ਚੋਂ ਸਭ ਲੱਭ ਰਹੇ ਸੀ। ਜਿਹੜੀਆਂ ਕੋਈ ਡਾਕਟਰਸ ਤੋਂ ਰਿਪੋਰਟਾਂ ਲੈਣੀਆਂ ਸੀ, ਕੋਈ ਮੈਡੀਸਨਸ ਲੈਣ ਵਾਲੀਆਂ ਸੀ, ਉਹ ਸਾਰੀਆਂ ਦਾ ਉਹਨਾਂ ਨੇ ਇੰਤਜ਼ਾਮ ਕਰਾਇਆ। ਸੋ ਉਹਨਾਂ ਦੀ ਬੇਟੀ ਅੰਮ੍ਰਿਤਸਰ ਤੋਂ ਆ ਨਹੀਂ ਸਕੇ, ਉਹਨਾਂ ਨੇ ਸਮਾਨ ਦੇ ਕੇ ਕਿਸੇ ਨਾ ਕਿਸੇ ਦੇ ਹੱਥ ਭੇਜਿਆ ਪਟਿਆਲੇ। ਇਧਰੋਂ ਪਟਿਆਲਿਓਂ ਵੀ ਉਹ ਆਪਣੇ, ਕਿਉਂਕਿ ਇਲਾਜ ਪਟਿਆਲਿਓਂ ਹੋ ਰਹੇ ਸੀ, ਦਵਾਈਆਂ ਪਟਿਆਲਿਓਂ ਚੱਲਦੀਆਂ ਨੇ, ਫਿਰ ਉਹਨਾਂ ਨੇ ਪਟਿਆਲੇ ਤੋਂ ਵੀ ਦਵਾਈਆਂ ਲਈਆਂ, ਰਿਪੋਰਟਾਂ ਵਗੈਰਾ ਇਕੱਠੀਆਂ ਕੀਤੀਆਂ ਤਾਂ ਕਿ ਜਦੋਂ ਅਦਾਲਤ ਦੇ ਵਿੱਚ ਜਾਣਾ ਹੈ
ਸਰੈਂਡਰ ਕਰਨ ਜਾਣਾ ਤੇ ਆਪਣੇ ਸਾਰੇ ਮੈਡੀਕਲ ਰਿਪੋਰਟ ਕਾਗਜ਼ ਜਿੰਨੇ ਉਹ ਜਮ੍ਹਾਂ ਕਰਾ ਸਕਣ, ਕਿਤੇ ਦਿੱਲੀ 'ਚ ਲੋੜ ਹੈ, ਆਉਣ ਵਾਲੇ ਸਮੇਂ 'ਚ ਲੋੜ ਹੈ। ਫਿਰ ਜਿਹੜੇ ਲੀਗਲ ਐਕਸਪਰਟ ਨੇ, ਵਕੀਲ, ਉਹਨਾਂ ਵੱਲੋਂ ਬਹੁਤ ਸਾਰੇ ਕਾਗਜ਼ ਉਹਨਾਂ ਤੇ ਦਸਤਖਤ ਸੀਗੇ, ਫਿਰ ਕੁਝ ਜਿਵੇਂ ਐਫੀਡੇਵਿਟ ਸਾਈਨ ਹੋਣੇ ਹੁੰਦੇ। ਸੋ ਇਸ ਤਰੀਕੇ ਦੀਆਂ ਲੀਗਲ ਪ੍ਰਕਿਰਿਆਵਾਂ ਸੀ। ਸੋ 19 ਤਰੀਕ ਨੂੰ 1:30 ਵਜੇ ਉਹਨਾਂ ਨੂੰ ਸਜ਼ਾ ਦਾ ਪਤਾ ਲੱਗਿਆ, ਮੈਨੂੰ ਲੱਗਦਾ ਹੈ। ਉਸ ਤੋਂ ਬਾਅਦ ਕੱਲ 3:45 ਵਜੇ ਉਹ ਘਰੋਂ ਨਿਕਲ ਗਏ, ਔਰ ਜਿਹੜਾ ਸਮਾਂ ਸੀ ਉਹ 25-26 ਘੰਟਿਆਂ ਦਾ, ਉਸ ਸਮੇਂ 'ਚ ਉਹ ਸਾਰੀਆਂ ਤਿਆਰੀਆਂ ਕਰਦੇ ਰਹੇ। ਉਸ ਸਮੇਂ 'ਚ ਤਿਆਰੀਆਂ ਕਰਦੇ ਰਹੇ, ਜਿਵੇਂ ਕਈ ਵਾਰੀ ਪਰਿਵਾਰ 'ਚ ਛੋਟੇ-ਮੋਟੇ ਕੰਮ ਨੇ, ਕੋਈ ਕੂਲਰ ਠੀਕ ਕਰਾਉਣਾ ਹੈ, ਕੋਈ ਇੱਧਰ ਇਸ ਤਰ੍ਹਾਂ ਦੇ ਆ, ਕਿਸੇ ਨੂੰ ਪੈਸੇ ਦੇਣੇ ਨੇ, ਛੋਟੇ-ਮੋਟੇ ਕੰਮਾਂ ਦੇ, ਘਰ ਦੇ ਕੰਮਾਂ ਦੇ, ਉਹ ਸਾਰੇ ਕੰਮ ਉਹ ਨਿਪਟਾਉਂਦੇ ਰਹੇ ਤਾਂ ਕਿ ਉਹ ਸਾਰੇ ਕੰਮ ਉਹ ਨਿਪਟਾ ਕੇ ਚਲੇ ਜਾਣ। ਜੀ ਜੀ ਔਰ ਜੀ ਫਿਰ ਪੋਲੀਟੀਕਲ ਲੋਕਾਂ ਦਾ ਮਿਲਣਾ ਗਿਲਣਾ ਵੀ, ਘਰ 'ਚ ਜਦੋਂ 10-10 20-20 ਲੀਡਰ ਆਉਂਦੇ ਨੇ, ਫਿਰ ਉਹ ਸਾਰਿਆਂ ਨੂੰ ਅਟੈਂਡ ਕਰਨਾ, ਸਾਰਿਆਂ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਕਰਨਾ। ਸੋ 24 ਘੰਟੇ, ਔਰ ਸੌਣ ਦਾ ਵੀ ਟਾਈਮ ਹੁੰਦਾ ਕਿਉਂਕਿ ਉਹ ਬਿਮਾਰ ਨੇ, ਫਿਰ ਉਹ ਦਵਾਈ ਲੈ ਕੇ ਜਿਹੜਾ ਹੈਗਾ ਉਹ ਸੌਣ ਦੀ ਪ੍ਰਕਿਰਿਆ ਸੀ। ਡਾਕਟਰ ਨਵਜੋਤ ਕੌਰ ਵੀ ਕੱਲ ਆ ਗਏ ਸੀ ਪਟਿਆਲੇ, ਤੇ ਉਹ ਵੀ ਕਿਉਂਕਿ ਉਹਨਾਂ ਦੀ ਵੀ ਸਰਜਰੀ ਹੋਈ ਹੈ, ਉਹ ਵੀ ਹਜੇ ਫਿਜ਼ੀਕਲੀ ਤੰਦਰੁਸਤ ਨਹੀਂ ਹੈ। ਸੋ ਉਹਨਾਂ ਦੀਆਂ ਵੀ ਦਵਾਈਆਂ ਚੱਲ ਰਹੀਆਂ ਨੇ। ਸੋ ਇਸ ਤਰੀਕੇ ਦੇ ਹਾਲਾਤ ਸੀ। ਕੋਈ ਮੋਹਲਤ ਮੰਗਣ ਦਾ ਕਾਰਨ ਕਈ ਵਾਰੀ ਦਿਖਾਇਆ ਜਾ ਰਿਹਾ ਸੀ, ਪੋਲੀਟੀਕਲ ਕਈ ਵਿਰੋਧੀ ਇਲਜ਼ਾਮ ਵੀ ਲਾ ਰਹੇ ਸੀ ਵੀ ਹੁਣ ਸਰੈਂਡਰ ਕਿਉਂ ਨਹੀਂ ਕਰ ਰਹੇ, ਜਦ ਕਿ ਉਹਨਾਂ ਨੇ ਤਾਂ ਸਰੈਂਡਰ 24-25 ਘੰਟਿਆਂ 'ਚ ਆਪਣੇ ਜਿੰਨੇ ਕੰਮ ਹੋ ਸਕਦੇ ਸੀ ਕਰਕੇ ਕਰਤਾ। ਉਹ ਆਪਣੀ ਬੇਟੀ ਨੂੰ ਵੀ ਨਹੀਂ ਮਿਲੇ, ਔਰ ਹੁਣ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਮੁਲਾਕਾਤਾਂ ਦਾ ਪ੍ਰੋਸੈਸ ਬਣੂਗਾ, ਉਸ ਦਰਮਿਆਨ ਉਹ ਆਪਣੀ ਬੇਟੀ ਨੂੰ ਮਿਲਣਗੇ। ਔਰ ਜਿਹੜੀ ਤੁਸੀਂ ਗੱਲ ਕੀਤੀ, ਆਪਣੇ ਬੇਟੇ ਨੂੰ ਵੀ ਨਹੀਂ ਮਿਲੇ, ਉਹਨਾਂ ਦੇ ਬੇਟੇ ਦਿੱਲੀ ਸੀ। ਹੁਣ ਜਿਹੜੀ ਤੁਸੀਂ ਪੋਲੀਟੀਕਲ ਐਂਗਲ ਛੇੜਿਆ ਸੀਗਾ, ਦੇਖੋ ਜਿਹੜਾ ਪੋਲੀਟੀਕਲ ਐਂਗਲ ਹੈ, ਰਾਜਾ ਵੜਿੰਗ ਉਹਨਾਂ ਨੇ ਟਵੀਟ ਕੀਤਾ ਉਹਨਾਂ ਦੇ ਹੱਕ 'ਚ ਜੀ, ਔਰ ਲੀਡਰ ਆਫ ਓਪੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਵਾ, ਬੜੇ ਸਿਆਣੇ ਲੀਡਰ ਨੇ, ਉਹਨਾਂ ਨੇ ਨਿੱਜੀ ਤੌਰ ਤੇ ਟੈਲੀਫੋਨ ਵੀ ਕੀਤਾ, ਔਰ ਉਹਨਾਂ ਨੇ ਆਪਣੇ ਸਾਥੀਆਂ ਦੇ ਜ਼ਰੀਏ ਵੀ ਲਗਾਤਾਰ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਸੰਪਰਕ 'ਚ ਸੀ। ਉਹਨਾਂ ਨੇ ਟਵੀਟ ਵੀ ਕੀਤਾ, ਔਰ ਬੀਬੀ ਪ੍ਰਿੰਕਾ ਗਾਂਧੀ ਨੇ ਵੀ ਟੈਲੀਫੋਨ ਕੀਤਾ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ, ਔਰ ਉਹਨਾਂ ਨੂੰ ਕਿਹਾ ਕਿ ਇਸ ਮੌਕੇ ਤੇ ਅਸੀਂ ਤੁਹਾਡੇ ਨਾਲ ਆ, ਜਿਹੜੇ ਸਾਡੇ ਸਮਾਜਿਕ ਰਿਸ਼ਤੇ ਹੁੰਦੇ ਨੇ। ਸੋ ਇਸ ਤਰੀਕੇ ਦੀਆਂ ਗੱਲਾਂ, ਦੇਖੋ ਸਿਆਸਤ 'ਚ ਕੁਝ ਲੋਕਾਂ ਦੇ ਪੋਲੀਟੀਕਲ ਮਤਭੇਦ ਹੁੰਦੇ ਨੇ ਜੀ, ਠੀਕ ਹੈ। ਉਹਨਾਂ ਨੇ ਵੀ ਸੁਖਜਿੰਦਰ ਰੰਧਾਵਾ ਹੋਣ ਜਾਂ ਰਾਣਾ ਗੁਰਜੀਤ ਸਿੰਘ ਹੋਣ, ਉਹਨਾਂ ਨੇ ਕੋਈ, ਮੈਨੂੰ ਨਹੀਂ ਲੱਗਦਾ ਕਿ ਕੋਈ ਨਿੱਜੀ ਕਿਹੜ ਵਾਲੀ ਉਹਨਾਂ ਨੇ ਗੱਲ ਕੀਤੀ ਹੈ। ਉਹ ਸੁਭਾਵਿਕ ਰਾਜਨੀਤੀ ਦੇ ਵਿੱਚ ਜਿਹੜੇ ਕਈ ਵਾਰੀ ਪੋਲੀਟੀਕਲ ਮਤਭੇਦ ਹੁੰਦੇ ਨੇ, ਉਹ ਮਤਭੇਦਾਂ ਦੇ ਵਿੱਚ ਇਸ ਤਰੀਕੇ ਦੇ ਬਿਆਨ ਸਾਡੀ ਸਿਆਸਤ 'ਚ ਆਮ ਮੰਨੇ ਜਾਂਦੇ ਨੇ। ਤੇ ਮੈਂ ਉਹਨਾਂ ਦਾ ਕੋਈ ਬੁਰਾ ਨਹੀਂ ਮੈਨੂੰ ਲੱਗਦਾ ਮਨਾਉਣਾ ਚਾਹੀਦਾ। ਬਾਕੀ ਠੀਕ ਹੈ, ਅਦਾਲਤ ਦਾ ਫੈਸਲਾ ਉਹਨਾਂ ਨੇ ਪ੍ਰਵਾਨ ਕੀਤਾ ਤੇ ਉਹ ਹੁਣ ਜੇਲ੍ਹ ਗਏ ਨੇ। ਜੀ ਬਿਲਕੁਲ, ਇੱਥੇ ਇੱਕ ਇਹ ਵੀ ਗੱਲ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ ਨਵਜੋਤ ਸਿੰਘ ਸਿੱਧੂ, ਚਾਹੇ ਕਿ ਕਾਂਗਰਸ ਪਾਰਟੀ ਜਿੱਤ ਨਹੀਂ ਸਕੀ ਸੀ, ਪਰ ਉਸ ਤੋਂ ਬਾਅਦ ਵੀ, ਹਾਰਨ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੇ ਮੁੱਦਿਆਂ ਉੱਪਰ ਗੱਲਬਾਤ ਕਰ ਰਹੇ ਸੀ, ਮੁੱਦਿਆਂ ਨੂੰ ਚੱਕ ਰਹੇ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕਰਕੇ ਪੰਜਾਬ ਦੇ ਮੁੱਦਿਆਂ ਉੱਪਰ ਵਿਚਾਰ ਚਰਚਾ ਕਰਦੇ ਰਹੇ। ਪਰ ਹੁਣ ਕਿਸ ਤਰੀਕੇ ਨਾਲ ਦੇਖਦੇ ਹੋ ਨਵਜੋਤ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਉੱਪਰ ਕਿਸ ਤਰ੍ਹਾਂ ਦਾ ਅਸਰ ਪੈਂਦਾ ਦਿਖ ਰਿਹਾ ਹੈ? ਦੇਖੋ, ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਸਿਆਸਤ 'ਚ ਭਗਵੰਤ ਮਾਨ ਉਹਨਾਂ ਦੀ ਜਿਹੜੀ ਸਰਕਾਰ ਹੈ ਜੀ, ਉਹ ਇੱਕ ਇਮਾਨਦਾਰ ਸਰਕਾਰ ਹੈ। ਭਗਵੰਤ ਮਾਨ ਉਹਨਾਂ ਦੀ ਸਰਕਾਰ ਤੇ ਉਹਨਾਂ ਦੀ ਇਮਾਨਦਾਰੀ ਤੇ ਸਵਾਲ ਨਹੀਂ ਚੱਕ ਸਕਦੇ। ਹਾਂ, ਇਹ ਸਵਾਲ ਸਰਕਾਰ ਤੇ ਖੜੇ ਹੋ ਸਕਦੇ ਨੇ, ਹੋਣਗੇ ਵੀ, ਔਰ ਹੋ ਵੀ ਰਹੇ ਨੇ ਕਿ ਕੀ ਸਰਕਾਰ ਇਨਕਮ ਪੈਦਾ ਕਰ ਲੇਗੀ, ਕੀ ਸਰਕਾਰ ਕੱਚੇ ਮੁਲਾਜ਼ਮ ਪੱਕੇ ਕਰ ਦੇਗੀ, ਕੀ ਸ਼ਰਾਬ ਪਾਲਿਸੀ ਦੇ ਨਾਲ ਰੈਵਨਿਊ ਆਏਗਾ, ਭਾਵ ਕੀ ਇਹ ਸਰਕਾਰ ਆਮਦਨ ਬਣਾ ਲੇਗੀ। ਮਾਫੀਆ ਰੋਕਿਆ ਸਰਕਾਰ ਨੇ, ਮਾਈਨਿੰਗ ਮਾਫੀਆ ਰੋਕਿਆ, ਕੀ ਹੁਣ ਸ਼ਰਾਬ ਮਾਫੀਆ ਆਉਣ ਵਾਲੇ ਸਮੇਂ 'ਚ ਰੁਕੇਗਾ? ਇਹ ਸਵਾਲ ਤਾਂ ਰਹਿਣਗੇ। ਹੁਣ ਸਵਾਲ ਇੱਥੇ ਇੱਕ ਬਹੁਤ ਵੱਡਾ ਹੈ ਕਿ ਜਦੋਂ ਇੱਕ ਮੁੱਖ ਮੰਤਰੀ ਇਮਾਨਦਾਰ ਹੈ, ਜਿਵੇਂ ਨਰਿੰਦਰ ਮੋਦੀ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਹੈ, ਇੱਕ ਮੁੱਖ ਮੰਤਰੀ ਇਮਾਨਦਾਰ ਹੈ, ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਕਈ ਲੀਡਰਾਂ ਤੇ ਸਮੇਂ-ਸਮੇਂ ਦੇ ਕਰਪਸ਼ਨ ਦੇ ਇਲਜ਼ਾਮ ਲੱਗੇ ਨੇ, ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇੱਕ ਇਮਾਨਦਾਰ ਮੁੱਖ ਮੰਤਰੀ ਔਰ ਇਮਾਨਦਾਰ ਸਰਕਾਰ ਦਾ ਵਿਰੋਧੀ ਧਿਰ ਦੇ ਤੌਰ ਤੇ ਮੁਕਾਬਲਾ ਕਰ ਲੈਣਗੀਆਂ। ਉਹ ਠੀਕ ਹੈ ਕਿ ਪ੍ਰਤਾਪ ਬਾਜਵਾ ਨੇ, ਵਿਰੋਧੀ ਧਿਰ ਦੇ ਲੀਡਰ ਨੇ, ਉਹ ਵੀ ਸਟਰੋਂਗ ਲੀਡਰ ਨੇ, ਪਰ ਨਵਜੋਤ ਸਿੰਘ ਸਿੱਧੂ ਭਾਵੇਂ ਐਮਐਲਏ ਵੀ ਨਹੀਂ ਸੀ, ਇੱਕ ਆਮ ਵਿਅਕਤੀ ਦੇ ਤੌਰ ਤੇ ਵੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸਿਆਸਤ 'ਚ ਭੂਮਿਕਾ ਸੀ ਉਹ ਵੱਡੀ ਸੀ। ਉਹਨਾਂ ਦੇ ਹੁਣ ਵੀ ਜਿਹੜੇ ਪ੍ਰੋਟੈਸਟ ਸੀ, ਮਿਡਲ ਕਲਾਸ ਦੇ ਲਈ ਪ੍ਰੋਟੈਸਟ ਕਰਨਾ, ਮਜ਼ਦੂਰ ਵਰਗ ਦੇ ਲਈ ਪ੍ਰੋਟੈਸਟ ਕਰਨਾ, ਮੰਡੀਆਂ 'ਚ ਚਲੇ ਜਾਣਾ, ਔਰ ਜਿਹੜਾ ਗੈਰ ਕਾਨੂੰਨੀ ਨਸ਼ਾ ਹੈ ਉਹਦੇ ਖਿਲਾਫ ਉਹਨਾਂ ਦੀ ਜਿਹੜੀ ਮੁਹਿੰਮ ਹੈ, ਰੇਤੇ ਵਾਲੇ ਮਾਮਲੇ ਦੇ ਵਿੱਚ ਅਵੇਅਰਨੈਸ ਹੈ, ਮਾਈਨਿੰਗ ਦੇ ਉੱਤੇ ਉਹਨਾਂ ਦੀ ਨਜ਼ਰ ਹੈ।
ਇਹ ਸਾਰੀਆਂ ਚੀਜ਼ਾਂ ਹੁਣ ਵਿਰੋਧੀ ਧਿਰ 'ਚ ਕੀ ਇਹ ਚੁਣੌਤੀ ਹੈ। ਇਹ ਰਾਜਾ ਵੜਿੰਗ ਹੋਣਾ ਲਈ ਬਹੁਤ ਵੱਡੀ ਚੁਣੌਤੀ ਹੈ, ਇਹ ਸੁਖਬੀਰ ਸਿੰਘ ਬਾਦਲ ਹੋਣਾ ਲਈ ਬਹੁਤ ਵੱਡੀ ਚੁਣੌਤੀ ਹੈ, ਇਹ ਪ੍ਰਤਾਪ ਸਿੰਘ ਬਾਜਵਾ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਹੈ। ਸੁਖਪਾਲ ਖਹਿਰਾ ਹੈਗੇ ਨੇ ਇੱਕ ਲੀਡਰ, ਉਹ ਵੀ ਬੜੇ ਸਰਗਰਮ ਨੇ, ਉਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਦੇ ਵਿੱਚ ਟਵੀਟ ਕੀਤਾ ਸੀ। ਮੈਂ ਪਹਿਲਾਂ ਉਹਨਾਂ ਦਾ ਨਾਮ ਲੈਣਾ ਭੁੱਲ ਗਿਆ। ਸੋ ਜਿਹੜੇ ਇਸ ਤੋਂ ਇਲਾਵਾ ਬਹੁਤ ਸਾਰੇ ਆਮ ਲੋਕ, ਬਹੁਤ ਸਾਰੇ ਸਮਾਜ ਸੇਵੀ, ਮੈਂ ਦੇਖ ਰਿਹਾ ਸੀ ਕਿ ਸੋਸ਼ਲ ਮੀਡੀਆ ਦੇ ਵਿੱਚ ਵੀ ਇੱਕ ਹੜ੍ਹ ਆਇਆ ਹੋਇਆ ਸੀ। ਠੀਕ ਹੈ, ਕੁਝ ਲੋਕਾਂ ਦੇ ਨਵਜੋਤ ਸਿੰਘ ਸਿੱਧੂ ਨਾਲ ਮਤਭੇਦ ਹੋ ਸਕਦੇ ਨੇ, ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ 'ਚ ਕੋਈ ਵੀ ਇੱਕ ਵਿਅਕਤੀ ਸਾਰਿਆਂ ਦਾ ਹੀਰੋ ਨਹੀਂ ਹੁੰਦਾ। ਆਮ ਆਦਮੀ ਪਾਰਟੀ ਨੂੰ ਵੀ ਹਰਜੋਤ ਜੀ 42% ਵੋਟਾਂ ਮਿਲੀਆਂ ਔਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਬੀਜੇਪੀ ਵੀ 330 ਦੇ ਆਸ-ਪਾਸ ਲੋਕ ਸਭਾ ਦੀਆਂ ਸੀਟਾਂ ਲੈ ਕੇ ਜਿੱਤੀ ਸੀ। ਸੋ 100% ਸਮਰਥਨ ਕਿਸੇ ਨੂੰ ਨਹੀਂ ਹੁੰਦਾ। ਨੈਤਿਕ ਤੌਰ ਦੇ ਉੱਤੇ ਸਮਰਥਨ ਹੋ ਸਕਦਾ, ਪਰ ਜਿਹੜੀ ਸਾਡੀ ਇਲੈਕਟੋਰਲ ਪੋਲਿਟਿਕਸ ਹੈ, ਵੋਟਾਂ ਦੀ ਰਾਜਨੀਤੀ ਹੈ, ਉਹਦੇ ਵਿੱਚ ਕਦੀ ਵੀ 100% ਕਿਸੇ ਨੂੰ ਨਹੀਂ ਮਿਲਦਾ। ਸੋ ਨਵਜੋਤ ਸਿੰਘ ਸਿੱਧੂ ਦੇ ਵੀ ਵਿਰੋਧ ਵਾਲੇ ਬਹੁਤ ਸਾਰੇ ਲੋਕ ਨੇ। ਇਹ ਡੈਮੋਕ੍ਰੇਸੀ ਹੈ, ਇੱਕ ਦੂਜੇ ਦਾ ਵਿਰੋਧ, ਸਿਹਤਮੰਦ ਵਿਰੋਧ, ਉਹ ਸਾਡਾ ਕਨਸਟੀਟਿਊਸ਼ਨ ਸੰਵਿਧਾਨ ਸਭ ਨੂੰ ਇਜਾਜ਼ਤ ਦਿੰਦਾ। ਪਰ ਮੈਂ ਇਹ ਕਹਿਣਾ ਕਿ ਫਿਰ ਵੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਵਾਲਾ ਰੋਲ ਸੀ, ਵਿਧਾਇਕ ਨਾ ਹੋਣ ਦੇ ਬਾਵਜੂਦ ਵੀ, ਉਹ ਕੌਣ ਭਰਦਾ? ਕੀ ਉਹ ਸੁਖਪਾਲ ਸਿੰਘ ਖਹਿਰਾ ਭਰਨਗੇ, ਕੀ ਪ੍ਰਤਾਪ ਸਿੰਘ ਬਾਜਵਾ ਭਰਨਗੇ, ਕੀ ਰਾਜਾ ਵੜਿੰਗ ਭਰਨਗੇ, ਕੀ ਸੁਖਬੀਰ ਬਾਦਲ ਭਰਨਗੇ, ਜਾਂ ਕੋਈ ਹੋਰ ਲੀਡਰ ਭਰਨਗੇ, ਢੀਂਡਸਾ ਸਾਹਿਬ ਭਰਨਗੇ? ਇਹਦੇ ਤੇ ਹੁਣ ਨਜ਼ਰ ਹੈ ਜਿਹੜੀ ਇਹ ਸਾਰਿਆਂ ਦੀ ਬਣੀ ਰਹਿਣੀ ਹੈ ਵੀ ਕੀ ਜਿਹੜੀ ਵਿਰੋਧੀ ਧਿਰ ਹੈ ਉਹ ਇੱਕ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰ ਸਕੇਗੀ। ਇਹ ਸਵਾਲ ਬਣੇ ਰਹਿਣੇ ਨੇ, ਪਰ ਦੁਨੀਆ ਕਦੇ ਨਹੀਂ ਰੁਕਦੀ। ਅਸੀਂ ਇੱਕ ਦਿਨ ਦੁਨੀਆ ਤੋਂ ਰੁਖਸਤ ਹੋ ਜਾਣਾ ਹੈ। ਨਵਜੋਤ ਸਿੰਘ ਸਿੱਧੂ 1 ਸਾਲ ਹੀ ਜੇਲ੍ਹ ਦੇ ਵਿੱਚ ਨੇ। ਸੋ ਇਹ ਦੁਨੀਆ ਚੱਲਦੀ ਰਹਿਣੀ ਹੈ। ਪੰਜਾਬ ਇਹ ਯੁਗਾਂ ਤੋਂ ਪੰਜਾਬ ਚੱਲ ਰਿਹਾ ਹੈ ਔਰ ਇਹ ਚੱਲਦਾ ਰਹਿਣਾ। ਇਹ ਚੀਜ਼ਾਂ ਅਨੰਤ ਨੇ, ਖਤਮ ਹੋਣ ਵਾਲੀਆਂ ਨਹੀਂ ਹੈ। ਪਰ ਜਿਹੜਾ ਅਗਲਾ 1 ਸਾਲ ਹੈ, ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਵਿੱਚੋਂ ਗੈਰ ਹਾਜ਼ਰੀ, ਉਹਨਾਂ ਨੇ ਅਕਾਲੀ ਦਲ ਇਸੇ ਕਰਕੇ ਛੱਡੇ ਸੀ ਕਿ ਮੈਨੂੰ ਪੰਜਾਬ ਤੋਂ ਬਾਹਰ ਭੇਜਣ ਦੀ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਨੇ ਬੀਜੇਪੀ ਔਰ ਅਕਾਲੀ ਦਲ ਇਸ ਕਰਕੇ ਸਮਝੌਤੇ ਚੋਂ ਉਹ ਇਤਰਾਜ਼ ਕਰਦੇ ਸੀ ਕਿ ਮੈਨੂੰ ਪੰਜਾਬ ਚੋਂ ਬਾਹਰ ਭੇਜਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਇਹ ਉਹਨਾਂ ਦੇ ਐਲੀਗੇਸ਼ਨ ਰਹਿੰਦੇ ਸੀ ਪੋਲੀਟੀਕਲ। ਔਰ ਹੁਣ ਉਹ 1 ਸਾਲ ਲਈ ਜੇਲ੍ਹ 'ਚ ਚਲੇ ਗਏ ਨੇ, ਪਰ ਉਹ ਪੰਜਾਬ 'ਚ ਨੇ। ਉਹਨਾਂ ਨੂੰ ਇਹ ਸੰਤੁਸ਼ਟੀ ਹੈ ਕਿ ਉਹ ਪਟਿਆਲੇ 'ਚ ਨੇ, ਪਰ ਉਹ ਸਰਗਰਮ ਸਿਆਸਤ 'ਚੋਂ ਬਾਹਰ ਰਹਿਣਗੇ। ਹੁਣ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਜਿਹੜਾ ਸਿਆਸਤ ਦਾ 1 ਸਾਲ ਲੰਘਣਾ ਹੈ, ਇਹ ਕਿਵੇਂ ਲੰਘਣਾ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਰਹੇਗਾ। ਕਿਉਂਕਿ ਭਗਵੰਤ ਮਾਨ ਦੇ ਇੱਕ ਇਮਾਨਦਾਰ ਮੁੱਖ ਮੰਤਰੀ ਦਾ ਅਗਰ ਮੁਕਾਬਲਾ ਪੰਜਾਬ 'ਚ ਕਿਸੇ ਨੇ ਕਰਨਾ ਹੈ, ਤੇ ਇਮਾਨਦਾਰੀ ਦਾ ਮੁਕਾਬਲਾ ਹਰਜੋਤ ਜੀ ਇਮਾਨਦਾਰੀ ਨਾਲ ਹੋ ਸਕਦਾ ਹੈ। ਸੋ ਕਿਹੜਾ ਲੀਡਰ ਹੈ ਜਿਹੜਾ ਐਡੀ ਇਮਾਨਦਾਰੀ ਵਾਲੀ ਹਿੰਮਤ ਰੱਖੇਗਾ, ਇਮਾਨਦਾਰੀ ਨਾਲ ਆ ਕੇ ਸਾਰੇ ਮੁੱਦਿਆਂ ਤੇ ਲੜਾਈ ਕਰੇਗਾ? ਇਹ ਹੁਣ ਪੰਜਾਬੀ ਇਹ ਦੇਖਣਗੇ ਔਰ ਮੈਨੂੰ ਵੀ ਉਹਨਾਂ ਦਾ ਇੰਤਜ਼ਾਰ ਰਹੂਗਾ। ਪਰ ਅਸੀਂ ਨਵਜੋਤ ਸਿੰਘ ਸਿੱਧੂ, ਕਿਉਂਕਿ ਉਹਨਾਂ ਦਾ ਜਿਹੜਾ ਜਿੱਤੇਗਾ ਪੰਜਾਬ ਮਿਸ਼ਨ ਹੈ, ਇੱਕ ਡ੍ਰੀਮ ਹੈ ਜਿਹਦੇ 'ਚ ਪੰਜਾਬ ਮਾਡਲ ਵੀ ਹੈ, ਜਿਹਦੇ 'ਚ ਪਾਲਿਸੀ ਮੇਕਿੰਗ ਹੋਈ ਹੈ, ਜਿਹਦੇ 'ਚ ਬਹੁਤ ਸਾਰੀਆਂ ਨੀਤੀਆਂ ਬਣੀਆਂ, ਜਿਹਦੇ 'ਚ ਕਈ ਵਾਰੀ ਮੈਂ ਵੀ ਆਪਣੇ ਸੁਝਾਅ ਦਰਜ ਕਰਾਏ। ਸੋ ਜਿਹੜਾ ਜਿੱਤੇਗਾ ਪੰਜਾਬ ਮੁਹਿੰਮ ਹੈ ਉਹ ਉਸੇ ਤਰ੍ਹਾਂ ਚੱਲਦੀ ਰਹਿਣੀ ਹੈ। ਪਰ ਮੈਂ ਕਿਉਂਕਿ ਜਿੱਤੇਗਾ ਪੰਜਾਬ ਇੱਕ ਗੈਰ ਪੋਲੀਟੀਕਲ ਜਿਹੜਾ ਹੈਗਾ ਉਹ ਮਿਸ਼ਨ ਹੈ। ਸੋ ਮੈਂ ਵੀ ਬਤੌਰ ਪੱਤਰਕਾਰ, ਕੋਈ ਵੀ ਪੰਜਾਬ ਦਾ ਆਮ ਨਾਗਰਿਕ ਜਿੱਤੇਗਾ ਪੰਜਾਬ ਮਿਸ਼ਨ ਦਾ ਹਿੱਸਾ ਬਣ ਸਕਦਾ ਹੈ। ਸੋ ਉਹਦੇ ਜਿਹੜੇ ਪ੍ਰੋਗਰਾਮ ਹੈ ਹੁਣ ਆਉਂਦੇ ਦਿਨਾਂ 'ਚ ਜਿੱਤੇਗਾ ਪੰਜਾਬ ਮਿਸ਼ਨ ਦੇ, ਉਹ ਪ੍ਰੋਗਰਾਮ ਹਰਜੋਤ ਜੀ ਹੁਣ ਆਉਂਦੇ ਸਮੇਂ 'ਚ ਅਸੀਂ ਕਰਾਂਗੇ। ਮੈਂ ਵੀ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੂੰਗਾ, ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਹੋਣੀ ਇਸ ਵਕਤ ਜੇਲ੍ਹ 'ਚ ਨੇ, ਤੇ ਕਈ ਇਹੋ ਜਿਹੇ ਵੱਡੇ ਪ੍ਰੋਗਰਾਮ ਨੇ ਜਿਹਦੇ 'ਚ ਇੱਕ ਸਮਾਜਿਕ ਜ਼ਿੰਮੇਵਾਰੀ ਸਾਰਿਆਂ ਦੀ ਬਣ ਜਾਂਦੀ ਹੈ। ਸੋ ਬਹੁਤ ਸਾਰੇ ਮੁੱਦਿਆਂ ਤੇ ਨੇ ਜਿੱਤੇਗਾ ਪੰਜਾਬ ਮਿਸ਼ਨ ਦੇ ਪ੍ਰੋਗਰਾਮ। ਸੋ ਆਉਂਦੇ ਦਿਨਾਂ 'ਚ ਅਸੀਂ ਬਤੌਰ ਪੱਤਰਕਾਰ ਵੀ ਉਹ ਕਰਾਂਗੇ ਔਰ ਸਾਰੇ ਪੰਜਾਬੀ ਗੈਰ ਪੋਲੀਟੀਕਲ, ਉਹਦਾ ਪੋਲੀਟੀਕਲ ਕੋਈ ਮਕਸਦ ਨਹੀਂ ਹੈ, ਉਹ ਇੱਕ ਗੈਰ ਪੋਲੀਟੀਕਲ ਸਮਾਜਿਕ ਉਦੇਸ਼ ਨਾਲ ਪੰਜਾਬ 'ਚ ਵੱਖ-ਵੱਖ ਇਸ਼ੂਜ਼ ਦੇ ਉੱਤੇ ਆਪਣੀ ਗੱਲ ਅੱਗੇ ਰੱਖਣੀ, ਤਾਂ ਕਿ ਜਿਹੜਾ ਇੱਕ ਚੰਗੇ ਤਰੀਕੇ ਨਾਲ ਉਹ ਮੁੱਦੇ ਲੋਕਾਂ ਦੇ ਵਿੱਚ ਚਲੇ ਜਾਣ। ਸੋ ਇਹ ਜਿਹੜਾ ਜਿੱਤੇਗਾ ਪੰਜਾਬ ਮਿਸ਼ਨ ਹੈ, ਨਵਜੋਤ ਸਿੰਘ ਸਿੱਧੂ ਦੇ ਬਹੁਤ ਸਾਰੇ ਉਹਨਾਂ ਦੇ ਸਾਥੀ ਨੇ ਜਿਹੜੇ ਉਹ ਆਉਂਦੇ ਦਿਨਾਂ 'ਚ ਸਾਨੂੰ ਜਿੱਤੇਗਾ ਪੰਜਾਬ ਮਿਸ਼ਨ ਨੂੰ ਅੱਗੇ ਲੈ ਕੇ ਜਾਂਦੇ ਦੇਖਣਗੇ।
ਜੀ, 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 ਬਿਲਕੁਲ। ਸੋ ਕਈ ਸਵਾਲ ਜੋ ਹੈ ਅੱਗੋਂ ਹੁਣ ਖੜੇ ਹੋ ਜਾਂਦੇ ਨੇ ਤੇ ਨਾਲ ਦੀ ਨਾਲ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਭਾਵੇਂ ਕਿ ਨਵਜੋਤ ਸਿੱਧੂ ਦੀ ਬੋਲਣ ਦੀ ਸ਼ੈਲੀ ਤੇ ਭਾਵੇਂ ਕੋਈ ਇਤਰਾਜ਼ ਰਿਹਾ ਹੋਵੇ, ਲੇਕਿਨ ਪੰਜਾਬ ਦੀ ਜਨਤਾ ਇਹ ਬਖੂਬੀ ਜਾਣਦੀ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਲੀਡਰ ਨੇ, ਜੋ ਕਿ ਹਮੇਸ਼ਾ ਪੰਜਾਬ ਦੇ ਮੁੱਦਿਆਂ ਉੱਪਰ ਹੀ ਲੜਦੇ ਆਏ ਨੇ ਤੇ ਪੰਜਾਬ ਦੇ ਮੁੱਦਿਆਂ ਨੂੰ ਹੀ ਲੈ ਕੇ ਅਕਸਰ ਜੋ ਹੈ ਚਿੰਤਿਤ ਵੀ ਨਜ਼ਰ ਆਉਂਦੇ ਰਹੇ ਨੇ। ਸੋ ਅੱਜ ਜੋ ਖਬਰ ਪੜਤਾਲ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕੀਤੀ ਹੈ, ਉਸ ਸਭ ਦੇ ਲਈ ਡੱਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦਰਸ਼ਕਾਂ ਨੂੰ ਵੀ ਅਸੀਂ ਜ਼ਰੂਰ ਕਹਿਣਾ ਚਾਹਾਂਗੇ ਕਿ ਆਪਣੇ ਸੁਝਾਅ ਤੁਸੀਂ ਸਾਨੂੰ ਕਮੈਂਟ ਜ਼ਰੀਏ ਸਾਡੇ ਨਾਲ ਸਾਂਝੇ ਜ਼ਰੂਰ ਕਰਦੇ ਰਹਿਣਾ। ਡੱਲਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਸ਼ੋਅ ਵਿੱਚ ਸਾਡੇ ਨਾਲ ਬਣੇ ਰਹਿਣ ਲਈ ਔਰ ਇਹ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੇ ਕਰਨ ਦੇ ਲਈ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਬਿਲਕੁਲ ਬਿਲकुल बिल्कुल बहुत धन्यवाद हरजोत जी ਤੁਹਾਡਾ ਵੀ। ਪਰ ਮੈਂ ਇੱਕ ਗੱਲ ਹੋਰ ਜੋੜਨੀ ਚਾਹੂੰਗਾ, ਮੇਰੇ ਤੋਂ ਬੜੇ ਸਨਮਾਨਯੋਗ ਸ਼ਖਸੀਅਤ ਨੇ ਸਾਡੇ ਪੰਜਾਬ ਦੇ ਡਾਕਟਰ ਧਰਮਵੀਰ ਗਾਂਧੀ। ਡਾਕਟਰ ਧਰਮਵੀਰ ਗਾਂਧੀ ਉਚੇਚੇ ਤੌਰ ਤੇ ਨਵਜੋਤ ਸਿੰਘ ਸਿੱਧੂ ਨਾਲ ਕੱਲ ਮੁਲਾਕਾਤ ਕਰਕੇ ਗਏ ਸੀ ਔਰ ਕਈ ਗੱਲਾਂ ਦੋਵੇਂ ਜਿਹੜੇ ਲੀਡਰ ਨੇ ਉਹਨਾਂ ਨੇ ਆਪਸ ਦੇ ਵਿੱਚ ਸਾਂਝੀਆਂ ਕੀਤੀਆਂ। ਸੋ ਡਾਕਟਰ ਧਰਮਵੀਰ ਗਾਂਧੀ ਨੇ ਉਹ ਵੀ ਇੱਕ ਬਹੁਤ ਵੱਡੀ ਪੰਜਾਬ ਦੇ ਵਿੱਚ ਇੱਕ, ਕਿਉਂਕਿ ਉਹ ਇਸ ਵਕਤ ਉਹ ਪੋਲਿਟਿਕਸ ਦੇ ਵਿੱਚ ਤਾਂ ਨਹੀਂ ਨੇ ਪਰ ਸਮਾਜਿਕ ਮੁੱਦਿਆਂ ਤੇ ਇੱਕ ਵੱਡਾ ਚਿਹਰਾ ਨੇ ਸਾਡੇ ਪੰਜਾਬ ਦਾ ਡਾਕਟਰ ਧਰਮਵੀਰ ਗਾਂਧੀ। ਸੋ ਉਹਨਾਂ ਦੀ ਭੂਮਿਕਾ ਵੀ ਬੜੀ ਅਹਿਮ ਰਹੇਗੀ ਨਵਜੋਤ ਸਿੰਘ ਸਿੱਧੂ ਹੋਣੀ ਜਦੋਂ ਨਹੀਂ ਨੇ। ਸੋ ਡਾਕਟਰ ਧਰਮਵੀਰ ਗਾਂਧੀ ਵੀ ਅਗਰ ਕਿਤੇ ਐਕਟਿਵ ਰੋਲ 'ਚ ਸਾਨੂੰ ਪੰਜਾਬ ਦੇ ਮੁੱਦਿਆਂ ਤੇ ਨਜ਼ਰ ਆਉਂਦੇ ਨੇ ਤੇ ਉਹਦੇ ਨਾਲ ਇੱਕ ਬੜਾ ਸਕੂਨ ਜਿਹਾ ਮਹਿਸੂਸ ਹੁੰਦਾ ਹੈ ਕਿ ਬਹੁਤ ਚੰਗੇ ਚੰਗੇ ਮੁੱਦਿਆਂ ਦੇ ਉੱਤੇ ਉਹ ਅਵੇਅਰਨੈਸ ਦੇ ਪ੍ਰੋਗਰਾਮ ਨੇ ਡਾਕਟਰ ਧਰਮਵੀਰ ਗਾਂਧੀ ਕਰਦੇ ਨੇ। ਸੋ ਬਹੁਤ ਬਹੁਤ ਧੰਨਵਾਦ ਹਰਜੋਤ ਜੀ। ਬਾਕੀ ਦੇਖਦੇ ਹਾਂ ਆਉਂਦੇ ਦਿਨਾਂ 'ਚ ਪੰਜਾਬ ਦੀ ਸਿਆਸਤ ਕਿਸ ਪਾਸੇ ਜਾਂਦੀ ਹੈ ਔਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਿਹਤ ਜੇਲ੍ਹ ਦੇ ਵਿੱਚ ਉਹ ਕਿਸ ਤਰ੍ਹਾਂ ਰਹਿੰਦੀ ਹੈ, ਉਹਨਾਂ ਨੂੰ ਕਿਹੜਾ ਕੰਮ ਮਿਲਦਾ ਹੈ ਔਰ ਕੀ ਹੁਣ ਵੀ ਨਵਜੋਤ ਸਿੰਘ ਸਿੱਧੂ ਸੁਰਖੀਆਂ 'ਚ ਬਣੇ ਰਹਿਣਗੇ ਜਾਂ ਸਾਡੇ ਮੁਲਕ ਦਾ ਜਿਹੜਾ ਮੀਡੀਆ ਉਹ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਸਾਨੂੰ ਹੋਰ ਖਬਰਾਂ ਦੇ ਵਿੱਚ ਵਿਅਸਤ ਨਜ਼ਰ ਆਏਗਾ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ।